हाँ जी बेटा, नैक्सट है स्पोर फॉर्मेशन ਤੁਹਾਡਾ ठीक है। ਇਹਦੇ ਵਿੱਚ ਹੁਣ ਤੁਸੀਂ ਦੇਖੋ स्पोर्स आर वैरी माइन्यूट यूनीसैलुलर ਹੁੰਦੇ ਆ। asexual reproductive बॉडीज़ ਹੁੰਦੀਆਂ विच कैन डिस्पर्स्ड एंड फॉर्म ए न्यू इंडिविजुअल। डिस्पर्स्ड मतलब ਜਿਹੜੇ स्पोर्स ਹੁੰਦੇ ਆ ਸਾਡੇ फ्लावरिंग प्लांट्स ਦੇ ਵਿੱਚ ठीक है, ਉਹਨਾਂ ਦੇ ਵਿੱਚ ਹੁੰਦੇ ਆ। ਫਲਾਵਰਿੰਗ ਪਲਾਂਟਸ ਕਹਿ ਲਓ ਜਾਂ ਐਂਥਰ ਦੇ ਵਿੱਚ ਜਿਹੜੇ ਛੋਟੇ ਛੋਟੇ ਸਪੋਰਸ ਹੁੰਦੇ, ਇਹੀ ਜਿਹੜੇ ਆ ਇਹ ਵਿਦ ਦਾ ਹੈਲਪ ਆਫ ਏਅਰ ਠੀਕ ਹੈ, ਇਹ ਇੰਨੇ ਹਲਕੇ ਹੁੰਦੇ ਆ ਨਾ ਕਿ ਆਪਣੀ ਹਵਾ ਦੇ ਨਾਲ ਹੀ ਇਹ ਕੀ ਕਹਿੰਦੇ ਆ, ਇਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਇਹ ਮੂਵ ਕਰ ਜਾਂਦੇ ਆ। ਸੋ ਜਿਸ ਕਰਕੇ ਨਿਊ ਇੱਕ ਰਿਪਰੋਡਕਸ਼ਨ ਹੁੰਦੀ ਆ। ਬੈਕਟੀਰੀਆ ਦੇ ਵਿੱਚ ਵੀ ਹੁੰਦੇ ਆ, ਦੇਖੋ ਐਲਗੀ ਦੇ ਵਿੱਚ ਵੀ, ਫੰਜਾਈ ਦੇ ਵਿੱਚ ਵੀ ਠੀਕ ਹੈ। ਔਰ ਕੁਛ ਸਪੋਰਟਸ ਆਰ ਮੋਟਾਈਲ ਇਨ ਸਮ ਐਕੁਆਟਿਕ ਫਾਰਮਸ, ਪਾਣੀ ਦੇ ਵਿੱਚ ਵੀ ਇਹ ਮੂਵ ਕਰ ਸਕਦੇ ਆ ਠੀਕ ਹੈ। ਸੋ ਇਹਨਾਂ ਨੂੰ ਯੂ ਸਪੋਰਟਸ ਵੀ ਬੋਲਦੇ ਆ। ਐਗਜ਼ਾਮਪਲ ਯੂ ਸਪੋਰਟਸ ਦੀ ਹੈਗੀ ਆ ਯੋਲਾਥ੍ਰਿਕਸ, ਇਹ ਤੁਸੀਂ ਕਰਨੀ ਹੈ ਐਗਜ਼ਾਮਪਲ ਬੇਟਾ। ਯੂ ਸਪੋਰਟਸ ਦੀ ਐਗਜ਼ਾਮਪਲ ਹੈਗੀ ਯੋਲਾਥ੍ਰਿਕਸ ਠੀਕ ਹੈ। ਇਨ ਮੋਸਟ ਕੇਸਿਸ ਦੇ ਆਰ ਨਾਨ ਮੋਟਾਈਲ, ਕੁਝ ਕੇਸਿਸ ਦੇ ਵਿੱਚ ਨਾਨ ਮੋਟਾਈਲ ਹੁੰਦੇ ਆ। ਕਵਰਡ ਬਾਈ ਦ ਥਿਕ ਰੈਜ਼ਿਸਟੈਂਟ ਵਾਲ ਸਿਸਟ। ਹੁਣ ਬੇਟਾ ਸਪੋਰਸ ਇੱਕ ਚੀਜ਼ ਯਾਦ ਰੱਖਣੀ ਹੈ ਬੇਟਾ, ਸਪੋਰਸ ਦੀ ਜਿਹੜੀ ਆ ਤੁਸੀਂ ਜਿਹੜੀ ਇਹਦੀ ਨਾ ਇੱਕ ਆਊਟਰ ਕਵਰਿੰਗ ਹੁੰਦੀ ਆ, ਸੋ ਉਸ ਆਊਟਰ ਕਵਰਿੰਗ ਨੂੰ ਅਸੀਂ ਸਿਸਟ ਬੋਲਦੇ ਹਾਂ ਦੇਖੋ। ਔਰ ਇਹ ਇੰਨੀ ਥਿਕ ਹੁੰਦੀ ਹੈ ਕਿ ਇਹਨੂੰ ਕੋਈ ਟੈਂਪਰੇਚਰ ਜਿੱਦਾਂ ਵਿੱਚ ਮਰਜ਼ੀ ਚੇਂਜ ਹੁੰਦਾ ਰਹੇ, ਇਹ 'ਤੇ ਕੋਈ ਇਫੈਕਟ ਨਹੀਂ ਪੈਂਦਾ ਇਹਦਾ ਠੀਕ ਹੈ ਨਾ। ਸੋ ਦ ਮੋਸਟ ਰੈਜ਼ਿਸਟੈਂਸ ਆਫ ਆਲ ਸਪੋਰਸ ਆਰ ਐਂਡੋਸਪੋਰਸ ਆਫ ਬੈਕਟੀਰੀਆ। ਸਭ ਤੋਂ ਜ਼ਿਆਦਾ ਰੈਜ਼ਿਸਟੈਂਸ ਜਿਹੜੇ ਸਪੋਰਸ ਹੁੰਦੇ ਆ ਉਹ ਕਿਹੜੇ ਹੁੰਦੇ ਆ, ਬੈਕਟੀਰੀਆ ਦੇ ਹੁੰਦੇ ਆ ਠੀਕ ਹੈ। ਐਗਜ਼ਾਮਪਲ ਤੁਸੀਂ ਇਹਦੀ ਲੈ ਸਕਦੇ ਹੋ ਬੈਕਟੀਰੀਆ ਔਰ ਰਾਈਜ਼ੋਪਸ। ਬ੍ਰੈਡ ਮੋਲਡ ਇਜ਼ ਦਾ ਯੂਬੀਕਿਊਟਸ। ਬ੍ਰੈਡ ਮੋਲ ਦੇ ਵਿੱਚ ਇੱਕ ਰਾਈਜ਼ੋਪਸ ਹੁੰਦਾ ਬੈਕਟੀਰੀਆ, ਉਹ ਯੂਬੀਕਿਊਟਸ ਹੁੰਦਾ ਠੀਕ ਹੈ। ਬਿਕੋਜ਼ ਇਟਸ ਸਪੋਰਸ ਆਰ ਨੀਅਰਲੀ ਆਲਵੇਜ਼ ਪ੍ਰੈਜੈਂਟ ਇਨ ਏਅਰ, ਸੋ ਦਾ ਮੋਇਸਟ ਬ੍ਰੈਡ ਲੈਫਟ ਇਨ ਦਾ ਓਪਨ ਸੂਨ ਗੈਟਸ ਕਵਰਡ ਬਾਈ ਦਾ ਫੰਗਸ ਠੀਕ ਹੈ। ਸੋ ਇਹਨੇ ਦੱਸਿਆ ਆ ਰਾਈਜ਼ੋਪਸ ਜਿਹੜਾ ਹੁੰਦਾ ਆ, ਬ੍ਰੈਡ ਮੋਲਡ ਹੁੰਦਾ ਹੈ, ਇੱਕ ਯੂਬੀਕਿਊਟਸ ਹੁੰਦਾ ਹੈ ਇਹਦੇ ਸਪੋਰਸ ਹੁੰਦੇ ਆ ਉਹ ਆਲਵੇਜ਼ ਏਅਰ ਦੇ ਵਿੱਚ ਹੁੰਦੇ ਆ, ਕਿਉਂਕਿ ਜਦੋਂ ਬ੍ਰੈਡ ਨੂੰ ਅਸੀਂ ਗਿੱਲੀ ਕਰਕੇ ਅਸੀਂ ਬਾਹਰ ਹਵਾ ਦੇ ਵਿੱਚ ਰੱਖ ਦਿੰਦੇ ਹਾਂ ਅਤੇ ਇਹ ਕੀ ਹੋ ਜਾਂਦਾ, ਉਹਨੂੰ ਕਵਰ ਕਰ ਜਾਂਦਾ ਬਾਏ ਫੰਗਸ ਠੀਕ ਹੈ। ਔਰ ਫੰਗਸ ਤੁਹਾਨੂੰ ਪਤਾ ਹੀ ਆ ਨੈਟਵਰਕ ਇੱਕ ਬਣ ਜਾਂਦਾ, ਉਹਨੂੰ ਹਾਈਫੀ ਬੋਲਦੇ ਆ ਠੀਕ ਹੈ। ਸੋ ਜਦੋਂ ਉਹ ਹਾਈਫੀ ਜਦੋਂ ਬਲੈਕ ਕਲਰ ਦਾ ਕਨਵਰਟ ਹੁੰਦਾ ਉਹਨੂੰ ਸਪਰੈਂਜੀਆ ਬੋਲਦੇ ਆ ਠੀਕ ਹੈ। ਸੋ ਇਹਨੂੰ ਸਪੈਂਜੀਓਫੋਰਸ ਵੀ ਬੋਲਦੇ ਆ। ਅੰਡਰਸਟੂਡ ਹੈ ਬੇਟਾ। ਸੋ ਇਹ ਤੁਹਾਡਾ ਸਪੋਰਸ ਆ ਗਿਆ। ਵੈਜੀਟੇਟਿਵ ਪ੍ਰੋਪਗੇਸ਼ਨ, ਇੱਕ ਨਿਊ ਪਲਾਂਟ ਬਣਦਾ ਆ ਤੁਹਾਡੇ ਕੋਲ ਫਰੋਮ ਦਾ ਵੈਜੀਟੇਟਿਵ ਪਾਰਟਸ ਆਫ ਦਾ ਪਲਾਂਟ, ਜਿੱਦਾਂ ਲੀਫ ਤੋਂ, ਰੂਟਸ ਤੋਂ, ਸਟੈਮ ਤੋਂ, ਬਡ ਤੋਂ, ਇਹ ਕਿਸੇ ਵੀ ਪਾਰਟ ਤੋਂ ਇੱਕ ਨਿਊ ਪਲਾਂਟ ਬਣ ਜਾਣਾ ਠੀਕ ਹੈ ਨਾ। ਸੋ ਇਹ ਵੀ ਇੱਕ ਏਸੈਕਸੁਅਲ ਪ੍ਰੋਡਕਸ਼ਨ ਆ, ਇਹਦੇ ਵਿੱਚ ਕੋਈ ਫਿਊਜ਼ਨ ਨਹੀਂ ਹੁੰਦੀ ਬੇਟਾ, ਦੇਰ ਇਜ਼ ਨੋ ਫਿਊਜ਼ਨ ਆਫ ਗੈਮਿਟਸ ਠੀਕ ਹੈ। ਇਹ ਵੀ ਤੁਹਾਨੂੰ ਕੁਐਸਚਨ ਬਣ ਸਕਦਾ ਕਿ ਕਿਹੜੇ ਵੈਜੀਟੇਟਿਵ ਪ੍ਰੋਪਗੇਸ਼ਨ ਦੇ ਵਿੱਚ ਕਿਹੜੇ ਮੈਥਡ ਦੇ ਵਿੱਚ ਜਿਹੜੀ ਆ ਫਿਊਜ਼ਨ ਨਹੀਂ ਹੁੰਦੀ, ਜਿੱਦਾਂ ਕਿ ਉਹਨਾਂ ਨੇ ਦੇ ਦੇਣਾ ਤੁਹਾਨੂੰ ਫਰੈਗਮੈਂਟੇਸ਼ਨ ਵੀ ਠੀਕ ਹੈ ਨਾ। ਇਹਨਾਂ ਵਿੱਚ ਤਾਂ ਫਿਊਜ਼ਨ ਵੈਸੇ ਹੁੰਦੀ ਨਹੀਂ ਨਾ, ਫਰੈਗਮੈਂਟੇਸ਼ਨ ਵਿੱਚ ਜਿਨ੍ਹਾਂ ਵਿੱਚ ਡਿਵੀਜ਼ਨ ਹੁੰਦੀ ਨਾ ਬੇਟਾ ਉਹਨਾਂ ਵਿੱਚ ਫਿਊਜ਼ਨ ਨਹੀਂ ਹੁੰਦੀ, ਕਿਉਂਕਿ ਉਹਨਾਂ ਦੀ ਡਿਵਾਈਡ ਹੋ ਕੇ ਇੱਕ ਨਿਊ ਆਰਗੈਨਿਜ਼ਮਸ ਅੱਗੇ ਬਣਦਾ ਆ ਠੀਕ ਹੈ। ਸੋ ਨੈਕਸਟ ਟਾਈਮ ਦਾ ਇਹ ਯੂਨੀ ਪੈਰੈਂਟਲ ਹੁੰਦੇ ਆ, ਮਿਓਸਿਸ ਇਹਦੇ ਵਿੱਚ ਐਬਸੈਂਟ ਹੁੰਦੀ ਹੈ ਠੀਕ ਹੈ। ਨੈਚੁਰਲ ਵੈਜ ਮੈਥਡਸ ਕਿਹੜੇ ਆ, ਰੂਟਸ ਜਿਹੜੇ ਅੱਗੇ ਡਿਵੈਲਪ ਕਰ ਜਾਂਦੇ ਆ, ਸਟੈਮਸ ਅੱਗੇ ਡਿਵੈਲਪ ਕਰ ਜਾਂਦੇ ਆ ਠੀਕ ਹੈ। ਲੀਵਸ ਬ੍ਰਾਇਓਫਾਈਲਮ ਦੇ ਵਿੱਚ ਉਹ ਅੱਗੇ ਇੱਕ ਨਿਊ ਪਲਾਂਟ ਰਾਈਜ਼ ਕਰ ਦਿੰਦੇ ਆ। ਬੁਲਬਲਸ ਹੁੰਦੇ ਆ, ਫਲੈਸ਼ੀ ਬਰਡਸ ਹੁੰਦੇ ਆ ਵੀ ਸੈਪਰੇਟ ਫਰੋਮ ਦਾ ਪੇਰੈਂਟ ਪਲਾਂਟ ਐਂਡ ਗਿਵ ਰਾਈਜ਼ ਟੂ ਨਿਊ ਪਲਾਂਟ ਠੀਕ ਹੈ। ਆਰਟੀਫਿਸ਼ੀਅਲ ਮੈਥਡਸ ਕਿਹੜੇ ਹੁੰਦੇ ਆ ਬੇਟਾ, ਇਹ ਤੁਹਾਨੂੰ ਪਤਾ ਹੋਣੇ ਚਾਹੀਦੇ ਆ। ਕਟਿੰਗ ਆ ਗਈ, small pieces of stems and the leaves which are cut off from the plants and as the vegetative propagules. The cuttings are placed in the moist soil in their natural position for to forming a new plant ठीक है। ਕਿਸੇ ਵੀ ਪਲਾਂਟ ਨੂੰ ਕੀ ਕਹਿੰਦੇ ਆ ਤੁਸੀਂ, ਅਸੀਂ ਕੱਟ ਕਰਕੇ ਉਹਦੀ ਸਟੈਮ ਨੂੰ ਕੱਟ ਕਰਕੇ ਤੁਸੀਂ ਜ਼ਮੀਨ ਦੇ ਵਿੱਚ ਗਰੋ ਕਰ ਸਕਦੇ ਆ ਠੀਕ ਹੈ। ਸੋ ਇਹ ਕਟਿੰਗ ਦਾ ਪਹਿਲਾ ਮੈਥਡ ਆ ਗਿਆ। ਫਿਰ ਤੁਸੀਂ ਆ ਵੀ ਪੜ੍ਹਿਆ ਦੂਜੇ ਨੰਬਰ 'ਤੇ ਲੇਅਰਿੰਗ ਬੇਟਾ, ਲੇਅਰਿੰਗ ਵੀ ਹੁੰਦਾ ਠੀਕ ਹੈ। ਸੌਫਟ 1 year old basal branch defoliate few centimeter in the middle, the defoliated part is given a small cut V shape
मीनस बी शेप कटिंग करनी है ਇਹਦੀ, ठीक है। टोंग शेप रिंग लाइक, सो इंजर्ड एंड डिफोलिएट पार्ट इज पैक्ड डाउन एंड कवर्ड विद द सॉइल, सो द एपिकल लीव पार्ट ऑफ द शूट इज स्पॉटेड, ठीक है। आ देखो आ लेयरिंग की है, ईयर लेयरिंग, ठीक है। हुण सपोज कर लो कोई प्लांट है, ठीक है, उन्होंने असी की करना है, आ देखो ईयर लेयरिंग की होंदा कोई भी ब्रांच आ, ठीक है, सपोज आ ब्रांच आ, इनू असी ब्रांच इदा कवरिंग की है, ब्रांच एडी मोटी ब्रांच है तुहाडे, थिक ब्रांच है। हुण मैं की इनू कीता, मैं इनू आ रिमूव कर दिता है कुछ पार्ट, इधरों आ इधरों आ, ठीक है, रिमूव करके दैन ये इनू थोड़ा नेकड कर लिया, ठीक है। हुण जे इनू असीं इद्दां ही रहण देवांगे, हवा दे मॉइस्चर ने इस ब्रांच ने सुक जाना सीगा, ड्राई हो जाना सीगा, बट मैं इहदे आले दुआले एक गिल्ली मिट्टी हुंदी है, ठीक है, आपां यूज़ कर सकते हैं, वो इहदे आले दुआले आपां ने फिक्स कर देनी, ਇਹਦੇ ਆਲੇ ਦੁਆਲੇ की कर देनी है, फिक्स कर देनी है गिल्ली मिट्टी। वो गिल्ली मिट्टी तां बन्ननी है ताकि ਇਹਦੇ ਵਿੱਚ ਮੋਇਸਚਰ ਆਵੇ, ਤੇ ਜਦੋਂ ਇਹਦੇ ਵਿੱਚ ਮੋਇਸਚਰ ਆਊਗਾ ਇਹਨੇ ਇੱਕ ਨਿਊ ਪਲਾਂਟ ਇੱਥੋਂ ਗਰੋਜ਼, ਇੱਕ ਨਿਊ ਬ੍ਰਾਂਚ ਕਹਿ ਲਓ ਉਹ ਗਰੋ ਕਰ ਦੇਣੀ ਹੈ। ਅੰਡਰਸਟੂਡ ਆ। ਸੋ ਇਹ ਇੱਕ ਇਹਨੂੰ ਏਅਰ ਲੇਅਰਿੰਗ ਬੋਲਦੇ ਆ। ਹੁਣ ਆ ਲੇਅਰਿੰਗ ਵੈਸੇ ਜਿਹੜੀ ਸਿੰਪਲ ਤੁਸੀਂ ਦੇਖ ਲਓ, ਆ ਦੇਖੋ ਕੋਈ ਵੀ ਬ੍ਰਾਂਚ ਆ ਉਹਨੂੰ ਤੁਸੀਂ ਕੀ ਕੀਤਾ, ਕੋਈ ਵੀ ਬ੍ਰਾਂਚ ਨੂੰ ਬੇਟਾ ਇਹਦੀ ਇੱਕ ਬ੍ਰਾਂਚ ਲੈ ਲਈ, ਉਹਨੂੰ ਜ਼ਮੀਨ ਦੇ ਵਿੱਚ ਤੁਸੀਂ ਮਿੱਟੀ ਦੇ ਨਾਲ ਉਹਨੂੰ ਕਵਰ ਕਰ ਦਿੱਤਾ, ਅਤੇ ਉਹਨੇ ਇੱਕ ਨਿਊ ਪਲਾਂਟ ਆ ਦੇਖੋ ਰਾਈਜ਼ ਕਰ ਦਿੱਤਾ, ਠੀਕ ਹੈ। ਸੋ ਇਹ ਅਲੱਗ-ਅਲੱਗ ਪ੍ਰੋਪਗੇਸ਼ਨਸ ਆ, ਵੈਜੀਟੇਟਿਵ ਮੈਥਡਸ ਆ ਜਿਹਨਾਂ ਤੁਸੀਂ ਗਰੋ ਕਰ ਸਕਦੇ ਆ ਪਲਾਂਟਸ ਨੂੰ। ਗ੍ਰਾਫਟਿੰਗ ਤੁਹਾਨੂੰ ਪਤਾ ਹੀ ਆ, ਠੀਕ ਹੈ। ਗ੍ਰਾਫਟਿੰਗ ਦੇ ਵਿੱਚ ਦੋ ਇਹਦਾ ਬੀ ਸ਼ੇਪ ਪਲਾਂਟ ਲੈਣੇ ਆ, ਇੱਕ ਆਹ ਬ੍ਰਾਂਚ ਟਾਹਣੀ ਲੈ ਲਓ, ਜਿਹਦੀ ਦੂਜੀ ਕਟਿੰਗ ਕਰਨੀ ਆ ਉਹ ਵੀ ਤੁਸੀਂ ਇੱਦਾਂ ਤਿੱਖੀ ਕਰਨੀ, ਮਤਲਬ ਇਹ ਦੋਨਾਂ ਨੂੰ ਫਿਰ ਇਹਨੂੰ ਤੁਸੀਂ ਟਾਈ ਕਰ ਦੇਣਾ, ਇੱਦਾਂ ਕਿਸੇ ਵੀ ਤੁਸੀਂ ਰੱਸੀ ਦੇ ਨਾਲ ਉਹਨੂੰ ਬੰਨ੍ਹ ਦਿਓ, ਠੀਕ ਹੈ ਨਾ। ਆ ਦੇਖੋ ਆ ਇਹਨੂੰ ਬਸ ਟਾਈ ਕਰ ਦਿੱਤਾ ਅਤੇ ਗਰੋ ਕਰ ਜਾਊਗਾ ਪਲਾਂਟ, ਠੀਕ ਹੈ ਨਾ। ਸੋ ਐਡਵਾਂਟੇਜ ਕੀ ਹੈ ਵੈਜੀਟੇਟਿਵ ਪ੍ਰੋਪਗੇਸ਼ਨਸ 'ਤੇ, ਸੀਡਲੈਸ ਪਲਾਂਟਸ ਆਪਾਂ ਗਰੋ ਕਰ ਸਕਦੇ ਹਾਂ। ਸੀਡਲੈਸ ਪਲਾਂਟ ਹੀ ਹੋਏ, ਸੀਡ ਤੋੜਨ ਦੀ ਗਰੋ ਕਰਨ ਦੀ ਜ਼ਰੂਰਤ ਨਹੀਂ ਪਈ ਸਾਨੂੰ, ਬਸ ਇਹ ਉਹੀ ਬ੍ਰਾਂਚਿਸ ਆਪਾਂ ਇੱਕ ਨਿਊ ਪਲਾਂਟ ਰਾਈਜ਼ ਕਰੀ ਜਾਂਦੇ। ਸਰਵਾਈਵਲ ਰੇਟ ਜਿਹੜਾ ਹੁੰਦਾ ਹੈ 100% ਵਾਇਲ ਇਨ ਕੇਸ ਆਫ ਸੀਡ ਗਰੋਇੰਗ ਪਲਾਂਟਸ। ਗੁੱਡ ਕੁਆਲਿਟੀਜ਼ ਹੁੰਦੀਆਂ, ਵਰਾਇਟੀ ਕੈਨ ਬੀ ਮੇਨ, ਜੈਨੇਟਿਕ ਯੂਨੀਫਾਰਮਿਟੀ, ਵੈਜਟ ਪ੍ਰੋਡਕਸ਼ਨ ਗਿਵਜ਼ ਜੈਨੇਟਿਕਲੀ ਯੂਨੀਫਾਰਮ ਪਾਪੂਲੇਸ਼ਨ, ਠੀਕ ਹੈ। ਗੁੱਡ ਕੁਆਲਿਟੀ ਦੇ ਸੀਡਸ ਫਰੂਟ ਵਗੈਰਾ ਮਿਲਦੇ ਆ। ਸੋ ਇੱਕ ਕੁਇਕਰ ਮੈਥਡ ਹੁੰਦਾ ਹੈ, ਠੀਕ ਹੈ। ਡਿਸਐਡਵਾਂਟੇਜ ਆ ਜਾਂਦੀ ਓਵਰ ਕਰਾਊਡਿੰਗ ਹੋ ਜਾਂਦਾ। ਮਤਲਬ ਕਿ ਤੁਸੀਂ ਸਪੋਜ਼ ਕਰ ਲਓ, ਓਵਰ ਕਰਾਊਡਿੰਗ ਦਾ ਮਤਲਬ ਹੋ ਗਿਆ ਬੇਟਾ ਆ ਇੱਕ ਜਗ੍ਹਾ ਆ ਜਿੱਥੇ ਤੁਸੀਂ ਪਲਾਂਟਸ ਨੂੰ ਗਰੋ ਕੀਤਾ ਹੋਇਆ, ਸਪੋਜ਼ ਇੱਥੇ 4 ਪਲਾਂਟਸ ਆ ਗਰੋ ਕੀਤੇ ਤੁਸੀਂ। ਹੁਣ ਮੈਂ ਕੀ ਕਰਨਾ, ਮੈਂ ਇਹਦੀ ਬ੍ਰਾਂਚ ਨੂੰ ਸੋਇਲ ਦੇ ਵਿੱਚ ਕਵਰ ਕਰ ਦੇਣਾ, ਇਹਦੀ ਬ੍ਰਾਂਚ ਨੂੰ ਫਿਰ ਸੋਇਲ ਦੇ ਵਿੱਚ, ਇਹਦੀ ਬ੍ਰਾਂਚ ਨੂੰ ਫਿਰ ਸੋਇਲ ਦੇ ਵਿੱਚ, ਇਹਦੀ ਬ੍ਰਾਂਚ ਨੂੰ ਫਿਰ ਸੋਇਲ ਦੇ ਵਿੱਚ। ਸੋ ਇਹ ਕੀ ਹੋ ਗਿਆ, ਇੱਥੇ ਓਵਰ ਕਰਾਊਡਿੰਗ ਹੋ ਗਿਆ, ਠੀਕ ਹੈ ਨਾ। ਓਵਰ ਕਰਾਊਡਿੰਗ ਹੋ ਗਿਆ ਜਿਸ ਕਰਕੇ ਜਿਹੜੀਆਂ ਬ੍ਰਾਂਚਿਸ ਆ ਉਹ ਇੱਕ ਨਿਊ ਪਲਾਂਟਸ ਹੋਰ ਜ਼ਿਆਦਾ ਰਾਈਜ਼ ਹੋ ਗਏ, ਠੀਕ ਹੈ ਨਾ। ਇਹਨੂੰ ਓਵਰ ਕਰਾਊਡਿੰਗ ਬੋਲਦੇ ਆ। ਫਿਰ ਆ ਗਿਆ ਵੈਜੀਟੇਟਿਵ ਪ੍ਰੋਪਗੇਸ਼ਨਸ ਦੇ ਕੈਨ ਸਟੋਰ ਫॉर ਲੌਂਗ ਸਮੇਂ ਲਈ ਆਪਾਂ ਸਟੋਰ ਨਹੀਂ ਕਰ ਸਕਦੇ ਹਾਂ, ਨਾਲ ਹੀ ਸਾਨੂੰ ਗਰੋ ਕਰਨਾ ਪੈਂਦਾ ਹੈ। ਡਿਜ਼ੀਜ਼ ਜੋ ਮੀਨਸ ਜੇ ਹੁਣ ਇੱਕ ਐਗਜ਼ਾਮ ਇਹ ਵੀ ਆ, ਇਹਦਾ ਡਿਸਐਡਵਾਂਟੇਜ ਇਹ ਆ ਜੇ ਇੱਕ ਪਲਾਂਟ ਨੂੰ ਇਹਨੂੰ ਡਿਜ਼ੀਜ਼ ਹੋਈ ਆ, ਤੁਸੀਂ ਇਹ ਪਲਾਂਟ ਨੂੰ ਜ਼ਮੀਨ ਦੇ ਵਿੱਚ ਆਪਾਂ ਨੇ ਗਰੋ ਕੀਤਾ ਆ, ਨਿਊ ਰਾਈਜ਼ ਹੋ ਗਿਆ, ਅਤੇ ਜੇ ਇਹਨੂੰ ਡਿਜ਼ੀਜ਼ ਹੋਈ ਆ ਬੇਟਾ ਅਤੇ ਓਬਵੀਅਸਲੀ ਇਸ ਪਲਾਂਟ ਨੂੰ ਵੀ ਡਿਜ਼ੀਜ਼ ਹੋਵੇਗੀ। ਅੰਡਰਸਟੂਡ ਹੈ। ਸੋ ਹੋਰ ਆ ਜਾਂਦਾ ਕਿ ਐਬਸੈਂਸ ਆਫ ਵੇਰੀਏਸ਼ਨ ਕੋਈ ਸੇਮ ਟੂ ਸੇਮ ਪਲਾਂਟ ਰਾਈਜ਼ ਹੋਊਗਾ, ਜਿਹਨੂੰ ਤੁਸੀਂ ਗਰੋ ਕੀਤਾ ਇਹ ਪਹਿਲੇ ਨੂੰ ਜ਼ਮੀਨ ਦੇ ਵਿੱਚ, ਉਹੀ ਅੱਗੇ ਸੇਮ ਟੂ ਸੇਮ ਰਾਈਜ਼ ਹੋਊਗਾ, ਠੀਕ ਹੈ ਨਾ। ਸੋ ਅੱਗੇ ਨੈਕਸਟ ਆਉਂਦਾ ਬੇਟਾ ਟਿਸ਼ੂ ਕਲਚਰ। ਟਿਸ਼ੂ ਕਲਚਰ ਇੱਕ ਮੈਥਡ ਆ ਨਿਊ ਪਲਾਂਟ ਰਾਈਜ਼ ਕਰਨ ਦਾ ਫਰੋਮ ਦ ਸਮਾਲ ਪੀਸਿਸ ਆਫ ਪਲਾਂਟ ਟਿਸ਼ੂਜ਼ ਓਵਰ ਏ ਕਲਚਰ ਔਰ ਦ ਸਿੰਥੈਟਿਕ ਮੀਡੀਅਮ ਅੰਡਰ ਅਸਪੈਟਿਕ ਕੰਡੀਸ਼ਨਸ। ਇਹਨਾਂ ਨੂੰ ਮਾਈਕਰੋ ਪ੍ਰੋਪਗੇਸ਼ਨ ਵੀ ਬੋਲਦੇ ਆ, ਠੀਕ ਹੈ।
बिकॉज ऑफ स्मॉल साइज ऑफ प्लांट मटीरियल यूज्ड फॉर द प्रोपगेशन। ये इंपॉर्टेंट क्वेश्चन है। वाई टिशू कल्चर इज़ कॉल्ड द माइक्रो प्रोपगेशन। इनू माइक्रो प्रोपगेशन काहतों कहते हैं? बिकॉज ये की है एक मैथड है बिकॉज ऑफ द स्मॉल साइज ऑफ प्लांट्स मटीरियल। ये हुण टिशूज़ की होंगे जिद्दां साडे स्किन दे विच टिशूज़ प्रेजेंट होंदे प्लांट्स दे विच होंदे उहनूं तुसीं रगड़ के उहदे टिशूज़ कढ लैणे विचों प्लांट दे असीं ते उस नूं असीं एक कल्चर मीडियम हुंदा है लिक्विड मीडियल उहदे विच ग्रो करके दैन असीं उहनूं की कर सकते हैं असीं सॉइल दे विच भी ग्रो कर सकते हैं। सो टिशू प्लेस्ड ओवर ए कल्चर मीडियम ग्रोज इनटू अनडिफरेंशिएटेड बट एक्टिवली डिवाइडिंग मास ऑफ द cells called callus. Callus can be maintained or multiplied by dividing into small pieces at intervals and growing the later has a subcultures। मीनस ਉਹ ਜਿਹੜੇ ਆ ਉਹਨੂੰ ਇੱਕ ਕੈਲਿਸ ਬਣ ਜਾਂਦਾ। ਜਦੋਂ ਉਹ ਕੈਲਿਸ ਬਣ ਜਾਂਦਾ ਤਾਂ ਉਹਨੂੰ ਅਸੀਂ ਇੱਕ ਕਿਤੇ ਵੀ ਗਰੋ ਕਰ ਸਕਦੇ ਹਾਂ। ਠੀਕ ਹੈ। ਫਿਰ ਉਸ ਤੋਂ ਬਾਅਦ ਇਹਦੇ ਵਿੱਚ small pieces of the callus are taken over a separate culture medium while a suitable dose of the growth hormone like ਹੁਣ ਇਹ ਜਿਹੜੇ ਪਲਾਂਟਸ ਨੂੰ ग्रो करने वास्ते दो हारमोन्स होंगे एक ऑक्सीन एंड साइटोकिनिन। ठीक है ना, ये दो हारमोन्स जोड़े इन्हू हैल्प करते हैं ग्रो करने में। अंडरस्टूड है बेटा। सो रैपिड मल्टीप्लीकेशन होती है, बहुत जल्दी डिवीजन होती है। जी पहली एडवांटेज ये आ गई। डिजीज़ फ्री प्लांट्स होंगे, स्टाइलाइज हाइब्रिड्स होंगे। ठीक है। एम्ब्रो रेसिड्यू एम्ब्रो विच नॉर्मली डाइज कैन मेड टू फॉर्म न्यू प्लांट। प्रोटोप्लास्ट फ्यूजन होती है। ठीक है। स्पेस ओनली स्मॉल रूम के भी तुसीं इहनूं टिशू नूं कल्चर नूं ग्रो कर सकते हैं। ठीक है। सो ये आ गया। नैक्सट आ जाता बेटा अगे तुहाडा सैक्सुअल रिप्रोडक्शन आ जाती है जिहदे विच हुण तुहानूं सैक्सुअल रिप्रोडक्शन का पता ही है। दो ऑर्गेनिजम्स जिहड़े आ वो फ्यूज़ करते हैं। हुण देखो जिहड़ी आपां ने ए सैक्सुअल रिप्रोडक्शन सीगी बेटा ये ए सैक्सुअल ते सैक्सुअल दे विच डिफरेंस जरूर आउंदा हुंदा। ठीक है ना, ये बहुत रेयर चांस हुंदा कभी ना आवे। सो इन्होंने घुमा फिरा के इन्होंने एक दा क्वेश्चन पक्का आना ही आना तुहानूं किते भी आ सकता फ्रैगमेंटेशन ते फिशन ते यूनीसैलुलर ते। ठीक है। सो सैक्सुअल रिप्रोडक्शन दे विच तुहाडा की आ जाना बेटा सैक्सुअल रिप्रोडक्शन दो मेल गैमेट्स जिहड़े आपस च फ्यूज़ करते हैं। ठीक है। सो ये विच फ्यूजन होंदी है। ठीक है ना, अंडरस्टूड है। सो ये तुहानूं पता ही है असीं कीता होया पहलां इनू असी बाई पेरेंटल बोलते हैं। ये एडवांटेजेस की है बेसिक फीचर्स की है। बाई पेरेंटल दो पेरेंट्स के विच होंदी है। ठीक है। उस तो बाद ये मियोसिस ये होंदी है। इट इज़ अ सैल डिवीजन विच रिड्यूस क्रोमोसोम नंबर टू हाफ। मियोसिस की होंदी है क्रोमोसोम नंबर नूं हाफ ते कर देंदी है। जिद्दां हुण रिड्यूस किद्दां होंदी है बेटा देखो मदर ते फादर। ठीक है। मदर के जिहड़े 46 क्रोमोसोम आ ते फादर दे बट जो इन्हां विचों मियोसिस होगी। ठीक है। तो 23 क्रोमोसोम मदर दे 23 है फादर दे ये दोनों जुड़ के की बनाते हैं एक ऑफस्प्रिंग्स अगे बनाना इन्होंने न्यू इंडिविजुअल जिन्होंने कहते हैं। ठीक है। वो किन्ने होए ने 46 वे टोटल। सो 23 मदर 23 फादर दे क्रोमोसोम जोड़े इन्होंने डिवाइड कौन करता ये मियोसिस करती है। सो गैमेट्स की फॉर्मेशन होंगी है ये तुहानूं पता ही है। फर्टिलाइजेशन होंगी है। फर्टिलाइजेशन तो बाद की कहते हैं जाइगोट बनता है। ठीक है। जो फस्ट जाइगोट जो होंगे बेटा फस्ट सैल होंगे सिंगल सैल डिप्लॉयड स्ट्रक्चर होंगे। पहला सैल जो बॉडी का बनता है जाइगोट ही बनता है। ठीक है। फर्टिलाइजेशन तुहानूं पता ही है दो आप जो प्रोसैस में फर्टिलाइजेशन दो आपस में फ्यूजन होती है उस प्रोसैस में फर्टिलाइजेशन बोलते हैं। ठीक है। फ्यूज़ करते हैं ड्यूरिंग द एक्ट ऑफ फर्टिलाइजेशन फॉर्म है एप्लीकेंस। अंडरस्टूड है बेटा। एक छोटी छोटी डेफिनेशनस आ ये तुसीं कर लेनी है। वी पैरिस की होंदा या ओ वी पैरिस की होंदा। ठीक है। वी पैरिस ओ वी पैरिस यंग वंस डिवेलप इनसाइड द वॉर्म ऑफ फीमेल ओनली इन मैमल्स दे गिव टू। वी पैरिस की होंदा बेटा जेड़े बर्थ देंदे आ यंग वंस नूं की करते हैं यंग वंस नूं बर्थ देंदे आ। ठीक है। उन्होंने वी एंड अदर एनिमल्स विद इंटरनल फर्टिलाइजेशन डेवलपमेंट ऑफ यंग वंस अकर आउटसाइड द बॉडी जेड़े बाहर आउटसाइड बॉडी देंदे आ। ठीक है। फिर इनसाइड द लेज डाउन बाय लेटर द एनिमल्स उन्होंने ओ वी पैरिस बोलते हैं जो एग लेज कर देंगे। ठीक है। ये पता ही है तुहानूं 8th क्लास भी तुसीं पढ़े सके इस बारे। सो एक्सटर्नल इंटरनल फर्टिलाइजेशन पता ही फिश एम्फीबियंस के विच एक्सटर्नल फर्टिलाइजेशन होंदी है। इंटरनल फॉर लैप्टाइल बर्ड्स मैमल्स ह्यूमनस के विच भी ये होंदी है।
ਸੋ ਇਹ ਕੁਐਸਚਨ ਬਣਦਾ ਆ ਸਿਗਨੀਫਿਕੈਂਸ ਜ਼ਰੂਰ ਕਰਨਾ ਬੇਟਾ ਸੈਕਸ ਰਿਪਰੋਡਕਸ਼ਨ ਦਾ ਤੁਸੀਂ, ਇਹ ਇੰਪੋਰਟੈਂਟ ਆ, ਇਹ ਪੁੱਛ ਲੈਂਦੇ ਹੁੰਦੇ ਆ 2-3 ਮਾਰਕਸ ਵਿੱਚ, ਠੀਕ ਹੈ। ਇਹ ਅੰਡਰਸਟੂਡ ਆ। ਇਹ ਪੜ੍ਹ ਲਿਓ, ਇਹ 'ਚ ਵੇਰੀਏਸ਼ਨ ਹੁੰਦੀ ਆ, ਠੀਕ ਹੈ। ਸੋ ਠੀਕ ਹੈ, ਕਦੀ ਵੀ ਜੋ ਇਹਦੇ ਵਿੱਚ ਸੈਕਸ ਰਿਪਰੋਡਕਸ਼ਨ ਦੇ ਵਿੱਚ 2 ਆਰਗਨਿਜ਼ਮ ਸੇਮ ਨਹੀਂ ਹੁੰਦੇ ਆ, ਅਤੇ ਇਹਦੇ ਵਿੱਚ ਵੇਰੀਏਸ਼ਨ ਹੁੰਦੀ ਆ, ਬੈਟਰ ਅਡੈਪਟੇਬਿਲਿਟੀ ਹੁੰਦੀ ਆ, ਵਾਈਕਰ ਇਨਵਰਟੈਲਿਟੀ, ਠੀਕ ਹੈ। ਹਾਰਮਫੁਲ ਟ੍ਰੇਟਸ ਜਿਹੜੇ ਆਫਨ ਕੈਪਟ ਸਪਰੈਸਡ ਬਿਕੋਜ਼ ਦੀ ਸ਼ਫਲਿੰਗ ਆਫ ਦਾ ਡੂਰਿੰਗ ਦਾ ਗੈਮਟ ਫਾਰਮੇਸ਼ਨ ਆਫ ਫਿਊਜ਼ਨ, ਠੀਕ ਹੈ। ਸੋ ਇਹ ਹੋ ਜੂਗਾ ਤੁਹਾਡਾ ਆ ਡਿਫਰੈਂਸ, ਬਹੁਤ ਇੰਪੋਰਟੈਂਟ ਆ, ਡਿਫਰੈਂਸ ਕਰਨਾ ਹੈ ਬੇਟਾ, ਅੰਡਰਸਟੂਡ ਹੈ। ਸੋ ਨੈਕਸਟ ਆ ਜਾਂਦਾ ਅੱਗੇ ਤੁਹਾਡਾ, ਆ ਦੇਖੋ ਆ ਮੇਲ ਆ ਫੀਮੇਲ, ਇਹਦਾ ਸਪਰਮ ਮੇਲ ਦਾ ਅਤੇ ਫੀਮੇਲ ਦਾ ਓਵਮ, ਆ ਦੋਨੇ ਫਿਊਜ਼ ਕਰਨ ਦੇ ਪ੍ਰੋਸੈਸ ਨੂੰ ਅਸੀਂ ਕੀ ਬੋਲਦੇ ਹਾਂ, ਫਰਟੀਲਾਈਜੇਸ਼ਨ, ਠੀਕ ਹੈ। ਉਹਨਾਂ ਨੇ ਕੀ ਬਣਾ ਤਾ ਸਭ ਤੋਂ ਪਹਿਲਾਂ ਜ਼ਾਈਗੋਟ, ਜ਼ਾਈਗੋਟ ਨੇ ਅੱਗੇ ਕੀ ਬਣ ਜਾਣਾ, ਅੱਗੇ ਆਫਸਪ੍ਰਿੰਗਸ ਦੇ ਵਿੱਚ। ਸੋ ਇਹ ਤੁਹਾਡਾ ਹੋ ਗਿਆ ਕਵਰ। ਸੈਕਸ ਰਿਪਰੋਡਕਸ਼ਨ ਫਲਾਵਰਿੰਗ ਪਲਾਂਟਸ ਵਿੱਚ ਵੀ ਇੱਦਾਂ ਹੀ ਹੁੰਦਾ, ਤੁਹਾਨੂੰ ਆਹ ਸਟਰਕਚਰ ਪਤਾ ਹੋਣਾ ਚਾਹੀਦਾ ਫਲਾਵਰ ਦਾ, ਮੇਨ ਸਟਰਕਚਰ ਆ ਦੇਖੋ, ਆਹ ਸਟਿਗਮਾ ਆ, ਆਹ ਸਟਾਈਲ ਆ, ਇਹਦੀ ਜਿਹੜੀ ਆ ਬ੍ਰਾਂਚ ਹੁੰਦੀ ਹੈ, ਅਤੇ ਆਹ ਨੀਚੇ ਓਵਰੀ ਹੁੰਦੀ ਆ ਆਹ ਵਾਲੀ, ਠੀਕ ਹੈ, ਜਿੱਥੋਂ ਪਲਾਂਟ ਅਰਾਈਜ਼ ਹੁੰਦਾ। ਹੁਣ ਮੇਨ ਜਿਹੜਾ ਪ੍ਰੋਸੈਸ ਆ, ਤੁਹਾਨੂੰ ਮੈਂ ਇੱਕ ਸਟਰਕਚਰ ਬਣਾ ਦਿੰਦਾ ਤੁਹਾਡਾ, ਆਹ ਦੇਖੋ। ਹੁਣ ਆਹ ਵਾਲਾ ਪਾਰਟ ਬੇਟਾ, ਇਹਨੂੰ ਅਸੀਂ ਬੋਲਾਂਗੇ ਓਵਰੀ, ਠੀਕ ਹੈ। ਇਹਨੂੰ ਮੈਂ ਬੋਲੂँਗਾ ਸਟਾਈਲ ਜਿਹੜੀ ਬ੍ਰਾਂਚ ਆ, ਅਤੇ ਇਹ ਵਾਲਾ ਤੁਹਾਡਾ ਆ ਗਿਆ ਸਟਿਗਮਾ, ਠੀਕ ਹੈ। ਸੋ ਇਹ ਸਾਰੇ ਪਾਰਟ ਨੂੰ, ਤਿੰਨਾਂ ਪਾਰਟਸ ਨੂੰ ਮੈਂ ਬੋਲੂँਗਾ ਪਿਸਟਲ, ਤਿੰਨੇ ਪਾਰਟਸ ਨੂੰ, ਸਟਾਈਲ, ਸਟਿਗਮਾ ਐਂਡ ਓਵਰੀ, ਇਹ ਮੈਂ ਤਿੰਨੇ ਪਾਰਟਸ ਨੂੰ ਕੀ ਬੋਲੂँਗਾ, ਪਿਸਟਲ ਬੋਲੂँਗਾ। ਆਹ ਦੇਖੋ ਆਹ ਲਿਖਿਆ ਹੋਇਆ, ਅੰਡਰਸਟੂਡ। ਫਿਰ ਉਸ ਤੋਂ ਬਾਅਦ ਇਹ ਆ ਗਿਆ ਫੀਮੇਲ ਪਾਰਟ, ਇਹ ਕਿਹੜੇ ਪਾਰਟ ਸੀਗੇ, ਸਟਿਗਮਾ, ਸਟਾਈਲ ਐਂਡ ਪਿਸਟਲ, ਇਹ ਕਿਹੜੇ ਆ ਗਏ ਬੇਟਾ, ਇਹ ਫੀਮੇਲ ਪਾਰਟ ਆ, ਠੀਕ ਹੈ। ਹੁਣ ਮੇਲ ਪਾਰਟ ਦੀ ਅਸੀਂ ਜੇ ਗੱਲ ਕਰੀਏ, ਉਹਦੇ ਵਿੱਚ ਆ ਜਿਹੜਾ ਐਂਥਰ ਹੋ ਗਿਆ, ਜਿਹਦੀ ਉਹਦੀ ਬ੍ਰਾਂਚ ਹੋ ਗਈ ਫਿਲਾਮੈਂਟ, ਇਹ ਆ ਗਈ ਸਟੇਮਨ, ਇਹਨੂੰ ਸਟੇਮਨ ਬੋਲਦੇ ਆ, ਔਰ ਇਟ ਇਜ਼ ਅ ਮੇਲ ਪਾਰਟ। ਇਹ ਪਤਾ ਹੋਣਾ ਚਾਹੀਦਾ ਤੁਹਾਨੂੰ ਫਲਾਵਰ ਦਾ। ਇਹ 1 ਮਾਰਕਸ ਦਾ 2 ਮਾਰਕਸ ਦਾ ਕੁਐਸਚਨ ਬਣਦਾ ਤੁਹਾਡਾ ਕਿ ਮੇਲ ਪਾਰਟ ਕਿਹੜਾ ਹੁੰਦਾ, ਫੀਮੇਲ ਪਾਰਟ ਕਿਹੜਾ ਹੁੰਦਾ। ਮੇਲ ਪਾਰਟ ਹੈਗਾ ਐਂਥਰ ਐਂਡ ਫਿਲਾਮੈਂਟ, ਜਿਹਨੂੰ ਆਪਾਂ ਜੀ ਸਟੇਮਨ ਵੀ ਬੋਲਦੇ ਹਾਂ, ਠੀਕ ਹੈ। ਜੇ ਉਹਨੇ ਸਿੰਗਲ ਹੀ ਪੁੱਛਿਆ ਆਪਸ਼ਨ 'ਚ ਸਟੇਮਨ ਹੋਇਆ ਤਾਂ ਸਟੇਮਨ ਲਾਉਣਾ ਹੈ, ਜੇ ਉਹਨੇ ਆਪਸ਼ਨ 'ਚ ਐਂਥਰ ਫਿਲਾਮੈਂਟ ਹੋਇਆ ਫਿਰ ਐਂਥਰ ਫਿਲਾਮੈਂਟ ਲਾਉਣਾ ਮੇਲ ਪਾਰਟ ਵਾਸਤੇ। ਫੀਮੇਲ ਪਾਰਟ ਵਿੱਚ ਇਹਨਾਂ ਤਿੰਨਾਂ ਆਪਸ਼ਨਸ ਵਿੱਚ ਕੋਈ ਆਪਸ਼ਨ ਆਇਆ ਤਾਂ ਉਹ ਲਗਾਉਣਾ, ਜਿਹਦਾ ਇਹਨੂੰ ਫੀਮੇਲ ਪਾਰਟ ਪਿਸਟਲ ਹੁੰਦਾ ਹੈ, ਅੰਡਰਸਟੂਡ ਆ। ਅਤੇ ਆਹ ਜਿਹੜੀਆਂ ਰੈੱਡ ਕਲਰ ਦੀਆਂ ਤੁਹਾਡੀਆਂ ਪੈਟਲਸ ਆ, ਜਿਹੜੇ ਥੱਲੇ ਗ੍ਰੀਨ ਕਲਰ ਦੀ ਹੁੰਦੀ ਹੈ, ਇਹਨੂੰ ਅਸੀਂ ਸੈਪਲਸ ਬੋਲਦੇ, ਅੰਡਰਸਟੂਡ। ਆਹ ਲਿਖਿਆ ਹੋਇਆ ਸਾਰਾ ਕੁਝ, ਸਟੇਮਨਸ ਆਰ ਦਾ ਮੇਲ ਆਰਗਨ ਬਾਈ ਕਾਰਪਲਸ ਆਰ ਦਾ ਫੀਮੇਲ ਰਿਪਰੋਡਕਟਿਵ ਆਰਗਨਸ। ਇਹ ਕੁਐਸਚਨ ਇੱਦਾਂ ਹੁੰਦਾ ਵਿਚ ਆਫ ਦਾ ਫੋਲੋਇੰਗ ਇਜ਼ ਦਾ ਫੀਮੇਲ ਰਿਪਰੋਡਕਟਿਵ ਆਰਗਨ, ਵਿਚ ਆਫ ਦਾ ਫੋਲੋਇੰਗ ਇਜ਼ ਦਾ ਮੇਲ ਰਿਪਰੋਡਕਟਿਵ ਆਰਗਨ। ਰਿਪਰੋਡਕਟਿਵ ਕਾਹਤੋਂ ਕਹਿੰਦੇ ਆ, ਕਿਉਂਕਿ ਅੱਗੇ ਜਿਹੜਾ ਇਹ ਰਿਪਰੋਡਕਸ਼ਨ ਵਿੱਚ ਹੈਲਪ ਕਰਦੇ ਆ ਮੇਲ ਅਤੇ ਫੀਮੇਲ। ਜਿੱਦਾਂ ਸੈਕਸੁਅਲ ਰਿਪਰੋਡਕਸ਼ਨ ਹਿਊਮਨ ਬੀਂਗਸ 'ਚ ਹੁੰਦੀ ਸੀਗੀ ਨਾ, ਮੇਲ ਗੈਮਟ ਅਤੇ ਫੀਮੇਲ, ਉੱਦਾਂ ਹੀ ਇਹ ਕਰਦੇ ਆ। ਇਹਦੇ ਵਿੱਚ ਜਿਹੜਾ ਮੇਲ ਪਾਰਟ ਹੁੰਦਾ ਆ, ਐਂਥਰ ਹੁੰਦਾ ਨਾ, ਇਹਨੇ ਆਪਣੇ ਇਹਦੇ ਵਿੱਚ ਹੁਣ ਪੋਲਨ ਗ੍ਰੇਨਸ ਹੁੰਦੇ, ਇਹ ਪੋਲਨ ਗ੍ਰੇਨਸ ਹਵਾ ਨਾਲ ਮੂਵ ਕਰਕੇ ਕਿੱਥੇ ਜਾਊਗੇ, ਆਹ ਦੇਖੋ ਐਰੋ ਪਾਇਆ ਹੋਇਆ ਨਾ, ਇਹ ਕਿੱਥੇ ਜਾਊਗੇ, ਸਟਿਗਮਾ ਕੋਲ, ਦੈਨ ਫਿਊਜ਼ਨ ਹੁੰਦੀ ਹੈ, ਠੀਕ ਹੈ ਨਾ। ਇਹੀ ਚੀਜ਼ ਤੁਹਾਨੂੰ ਅੱਗੇ ਵੀ ਪਹਿਲਾਂ ਵੀ ਸਮਝਾਈ ਸੀਗੀ। ਅਤੇ ਇਸੇ ਪ੍ਰੋਸੈਸ ਨੂੰ ਅਸੀਂ ਪੋਲੀਨੇਸ਼ਨ ਵੀ ਬੋਲਦੇ ਹਾਂ, ਟ੍ਰਾਂਸਫਰ ਆਫ ਪੋਲਨ ਗ੍ਰੇਨਸ ਫਰੋਮ ਐਂਥਰ ਟੂ ਸਟਿਗਮਾ, ਉਹਨੂੰ ਪੋਲੀਨੇਸ਼ਨ ਬੋਲਦੇ ਹਾਂ। ਸੋ ਸੈਪਲ ਦਾ ਹੋਰ ਨੇਮ ਕੀ ਹੈ ਬੇਟਾ, ਸੈਪਲ ਨੂੰ ਕੈਲੈਕਸ ਵੀ ਬੋਲਦੇ ਹਾਂ, ਪੈਟਲ ਨੂੰ ਕਰੋਲਾ ਵੀ ਬੋਲਦੇ ਹਾਂ, ਠੀਕ ਹੈ, ਸਟੇਮਨ ਨੂੰ ਐਂਡਰੋਸ਼ੀਅਮ ਬੋਲਦੇ ਹਾਂ, ਅੰਡਰਸਟੂਡ ਆ। ਅਤੇ ਫੀਮੇਲ ਪਾਰਟਸ ਨੂੰ ਵੈਸੇ ਉੱਦਾਂ ਪਿਸਟਲ ਨੂੰ ਕੀ ਬੋਲਦੇ ਆ ਬੇਟਾ, ਹੋਰ ਪਿਸਟਲ ਨੂੰ ਗਾਈਨੋਸ਼ੀਅਮ ਬੋਲਦੇ ਆ। ਸੋ ਇਹ ਤਿੰਨੇ ਸਾਰੇ ਪਾਰਟਸ ਜਿਹੜੇ ਇਕੱਲਾ ਕੁਐਸਚਨ ਬਣਦਾ, ਇਹ 'ਚੋਂ ਇੰਪੋਰਟੈਂਟ ਹੈ ਸਾਰਾ ਕੁਛ, ਠੀਕ ਹੈ ਨਾ। ਸੋ ਇਹ ਕਰ ਲਿਓ ਚੰਗੀ ਤਰ੍ਹਾਂ ਤੁਹਾਡਾ। ਹੋਰ ਇਹਦੇ ਵਿੱਚ ਆ ਜਾਂਦਾ, ਨੈਕਸਟ ਆ ਜਾਂਦਾ ਬੇਟਾ
ਪੋਲੀਨੇਸ਼ਨ ਤੁਹਾਨੂੰ ਪਤਾ ਹੀ ਲੱਗ ਗਿਆ, ਟ੍ਰਾਂਸਫਰ ਪੋਲਿਨ ਐਂਥਰ ਟੂ ਸਟਿਗਮਾ ਪੋਲੀਨੇਸ਼ਨ ਦੋ ਟਾਈਪ ਦੀ ਹੁੰਦੀ ਹੈ, ਸੈਲਫ ਤੇ ਕ੍ਰਾਸ। ਸੈਲਫ ਪੋਲੀਨੇਸ਼ਨ ਟ੍ਰਾਂਸਫਰ ਪੋਲਿਨ ਐਂਥਰ ਟੂ ਸਟਿਗਮਾ ਦਾ ਸੇਮ ਫਲਾਵਰ। ਆ ਦੇਖੋ ਸੈਲਫ ਪੋਲੀਨੇਸ਼ਨ ਕੀ ਹੁੰਦੀ ਹੈ, ਆ ਇੱਕ ਪਲਾਂਟ ਆ, ਦੋ ਪਲਾਂਟਸ ਆ ਬੇਟਾ ਇਹਦੇ ਵਿੱਚ, 1 ਆ 2 ਦੋ ਪਲਾਂਟ। ਹੁਣ ਆ ਸੈਕਿੰਡ ਪਲਾਂਟ ਦੇ ਵਿੱਚ ਦੋ ਫਲਾਵਰਸ ਆ, ਇਹਦੇ ਵਿੱਚ ਵੀ ਦੋ ਫਲਾਵਰਸ ਹੈਗੇ, ਠੀਕ ਹੈ ਨਾ। ਹੁਣ ਜੇ ਇਹ ਪਲਾਂਟ ਜਿਹੜਾ ਇੱਕ ਪਲਾਂਟ ਦੇ ਇੱਕ ਫਲਾਵਰ ਤੋਂ ਦੂਜੇ ਫਲਾਵਰ, ਆ 1 ਫਲਾਵਰ ਆ 2 ਫਲਾਵਰ, ਇੱਕ ਫਲਾਵਰ ਤੋਂ ਪੋਲਨ ਗ੍ਰੇਨ ਉੱਡ ਕੇ ਮੂਵ ਕਰਕੇ ਹਵਾ ਦੇ ਨਾਲ ਵਿਦ ਦਾ ਹੈਲਪ ਆਫ ਏਅਰ ਦੂਸਰੇ ਫਲਾਵਰ ਦੇ ਕੋਲ ਮੂਵ ਕਰਕੇ ਐਂਥਰ ਟੂ ਸਟਿਗਮਾ, ਇਸ ਨੂੰ ਅਸੀਂ ਬੋਲਾਂਗੇ ਸੈਲਫ ਪੋਲੀਨੇਸ਼ਨ। ਸੈਲਫ ਕਾਹਤੋਂ ਬੋਲਣਾ, ਕਿਉਂਕਿ ਪਲਾਂਟ ਸੇਮ ਹੀ ਆ, ਫਲਾਵਰ ਉਹਦੇ ਦੋ ਹੋ ਗਏ, ਠੀਕ ਹੈ। ਬਟ ਜੇ ਇਸ ਪਲਾਂਟ ਦੇ ਫਲਾਵਰ ਜਿਹੜਾ ਮੂਵ ਕਰਕੇ ਦੂਜੇ ਪਲਾਂਟ ਦੇ ਫਲਾਵਰ ਕੋਲ ਜਾਊਗੇ ਐਂਥਰ ਟੂ ਸਟਿਗਮਾ, ਅਤੇ ਇਹਨੂੰ ਅਸੀਂ ਬੋਲਾਂਗੇ ਬੇਟਾ ਕ੍ਰਾਸ ਪੋਲੀਨੇਸ਼ਨ। ਇਹ ਇੰਪੋਰਟੈਂਟ ਪਾਰਟ ਆ, ਠੀਕ ਹੈ। ਸੋ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਦੇਖੋ ਇਹਦੇ ਵਿੱਚ ਹੋਰ ਕੀ ਬਣਦਾ, ਇੱਕ ਇੰਪੋਰਟੈਂਟ ਕੁਐਸਚਨ, ਟ੍ਰਾਂਸਫਰ ਹੁੰਦੀ ਹੈ ਐਕਸਟਰਨਲ ਏਜੰਸੀਜ਼ ਕਿਹੜੀਆਂ ਰਿਕੁਆਇਰ ਹੁੰਦੀਆਂ। ਐਕਸਟਰਨਲ ਏਜੰਸੀਜ਼ ਦਾ ਬਹੁਤ ਇੰਪੋਰਟੈਂਟ ਪਾਰਟ ਆ ਤੁਹਾਡਾ। ਐਕਸਟਰਨਲ ਏਜੰਸੀ ਕਿਹੜੀ ਕਿਹੜੀ ਆ, ਜਿਹਦਾ ਵਿੰਡ ਆ, ਜਿਹੜੇ ਪੋਲਨ ਗ੍ਰੇਨਸ ਵਿੰਡ ਨਾਲ ਮੂਵ ਕਰਦੇ ਆ, ਜਿਹੜੇ ਪੋਲਨ ਗ੍ਰੇਨਸ ਵਿੰਡ ਨਾਲ ਮੂਵ ਕਰਦੇ ਆ ਬੇਟਾ, ਉਹਨੂੰ ਤੁਸੀਂ ਬੋਲੋਗੇ ਉਸ ਪੋਲੀਨੇਸ਼ਨ ਨੂੰ ਅਨੀਮੋਫਿਲੀ। ਜਿਹੜੀ ਪੋਲੀਨੇਸ਼ਨ ਵਾਟਰ ਨਾਲ ਹੁੰਦੀ ਆ ਉਹਨੂੰ ਹਾਈਡਰੋਫਿਲੀ। ਜਿਹੜੀ ਇਨਸੈਕਟਸ ਦੇ ਵਿਦ ਦਾ ਹੈਲਪ ਆਫ ਇਨਸੈਕਟਸ ਹੁੰਦੀ ਇਹਨੂੰ ਐਂਟੋਮੋਫਿਲੀ। ਜਿਹੜੀ ਬਰਡਸ ਦੇ ਨਾਲ ਹੁੰਦੀ ਉਹਨੇ ਨਿੰਥੋਫਿਲੀ। ਬੈਟਸ ਦੇ ਨਾਲ ਕਾਇਰੋਪਟਾ। ਇਹ ਇੱਕ ਵੀ ਕੁਐਸਚਨ ਆ ਸਕਦਾ ਤੁਹਾਨੂੰ ਫਾਈਨਲ ਐਗਜ਼ਾਮ ਦੇ ਵਿੱਚ, ਅੰਡਰਸਟੂਡ ਆ। ਸੋ ਦੇਖ ਲਓ 5 ਕੁਐਸਚਨ ਬਣ ਗਏ ਇੱਕ ਲਾਈਨ 'ਚੋਂ ਹੀ। ਸੋ ਇਹ ਤੁਹਾਨੂੰ ਲਿਖਣੇ ਪੈਣੇ ਆ। ਜਿਹੜੀ ਪੋਲੀਨੇਸ਼ਨ ਬਰਡਸ ਦੇ ਨਾਲ ਹੁੰਦੀ ਹੈ ਬੇਟਾ ਉਹਨੂੰ ਅਰੈਂਥੋਫਿਲੀ ਬੋਲਦੇ ਹਾਂ, ਜਿਹੜੀ ਬੈਟਸ ਦੇ ਨਾਲ ਕਾਇਰੋਪਟੈਰੀਫਿਲੀ। ਸੋ ਜਿਹੜੀ ਬੋਥ ਵਿੰਡ ਐਂਡ ਵਾਟਰ ਏਬਾਇਓਟਿਕ ਏਜੰਟਸ ਵਾਲੇ ਇਨਸੈਕਟਸ ਬਰਡਸ ਬੈਟਸ ਇਹ ਦੋਨਾਂ ਵਿੱਚ ਕਰਦੀ ਹੈ 1। ਸੋ ਇਹ ਪੋਲੀਨੇਸ਼ਨ ਕ੍ਰਾਸ ਪੋਲੀਨੇਸ਼ਨ ਦੋਨਾਂ ਦਾ ਡਿਫਰੈਂਸ ਇਹ ਇੰਪੋਰਟੈਂਟ ਆ, ਠੀਕ ਹੈ ਜੀ। ਇਹ ਵੀ ਤੁਸੀਂ ਕਰਨੇ ਆ ਐਗਜ਼ਾਮਪਲਸ। ਹੁਣ ਦੇਖੋ ਆਹ ਵਾਲਾ ਬੇਟਾ ਤੁਹਾਨੂੰ ਮੈਂ ਪਹਿਲਾਂ ਵੀ ਸਮਝਾਇਆ ਸੀਗਾ। ਹੁਣ ਜਦੋਂ ਉਹ ਜਿਹੜਾ ਐਂਥਰ ਤੋਂ ਸਟਿਗਮਾ ਉਹ ਮੂਵ ਕਰ ਗਿਆ ਪੋਲਨ ਗ੍ਰੇਨ, ਉਸ ਪੋਲਨ ਗ੍ਰੇਨ ਨੇ ਬੇਟਾ ਕਿੱਥੇ ਆ ਜਾਣਾ, ਇਹ ਹੁੰਦੀ ਆ ਪੋਲਨ ਟਿਊਬ ਬਣਦੀ ਆ, ਜਿਹੜੀ ਮੇਨ ਜਿਹਦਾ ਫਲਾਵਰ ਫਰੂਟ ਵਗੈਰਾ ਕਿਵੇਂ ਬਣਦਾ। ਆਹ ਦੇਖੋ ਉਹ ਕਿੱਥੇ ਆ ਜਾਣਾ, ਉਹ ਇਸ ਪੋਲਨ ਸਟਿਗਮਾ ਦੇ, ਆਹ ਸਟਿਗਮਾ ਆ, ਠੀਕ ਹੈ। ਇਹ ਆਹ ਓਵਰੀ ਸੀਗੀ, ਸੈਂਟਰ ਵਾਲਾ ਪਾਰਟ ਫਲਾਵਰ ਦਾ ਕੀਤਾ ਸੀ ਨਾ ਅਸੀਂ, ਇੱਦਾਂ ਦਾ ਹੁੰਦਾ ਨਾ। ਆਹ ਓਵਰੀ ਸੀ, ਆਹ ਸਟਿਗਮਾ ਬਣਦਾ। ਹੁਣ ਉਹ ਜਿਹੜਾ ਪੋਲਨ ਗ੍ਰੇਨ ਉੱਡ ਕੇ ਇੱਥੇ ਆ ਗਿਆ ਦੇਖੋ, ਠੀਕ ਹੈ। ਹੁਣ ਉਸ ਪੋਲਨ ਗ੍ਰੇਨ ਨੇ ਆਪਣੀ ਇੱਕ ਟਿਊਬ ਬਣਾ ਲੈਣੀ, ਠੀਕ ਹੈ। ਹੁਣ ਆਹ ਓਵਰੀ ਆ, ਓਵਰੀ ਦੇ ਵਿੱਚ ਕੀ ਹੁੰਦਾ ਆ, ਇਹ ਜਿਹੜੇ ਇਹਦੇ ਵਿੱਚ ਜਿਹੜਾ ਉਹ ਐਗ ਜਿਹੜਾ ਬਣਿਆ ਹੁੰਦਾ ਆ, ਠੀਕ ਹੈ। ਹੁਣ ਉਹਦੇ ਵਿੱਚ ਕੀ ਕਹਿੰਦੇ ਹੁੰਦਾ, 3 ਪਾਰਟ ਉਹਦੇ ਵਿੱਚ ਐਂਟਰ ਕਰਨਾ ਇਹਨੇ ਇਸ ਦੇ ਥਰੂ। ਹੁਣ ਉਹ ਪੋਲਨ ਟਿਊਬ ਕਿੱਧਰ ਐਂਟਰ, ਇਹ 2 ਐਂਡ ਹੁੰਦੇ ਆ, ਇੱਕ ਹੁੰਦੇ ਚਲਾਜ਼ਾ ਐਂਡ, ਆ ਲਿਖਿਆ ਵੀ ਹੋਇਆ ਮੈਂ ਬੁੱਕ 'ਤੇ ਜਦੋਂ ਤੁਹਾਨੂੰ ਸਮਝਾਇਆ ਸੀਗਾ। ਇੱਕ ਚਲਾਜ਼ਾ ਐਂਡ ਹੁੰਦਾ, ਇੱਕ ਮਾਈਕਰੋਪਾਈਲ ਐਂਡ ਹੁੰਦਾ। ਕਿਹੜੇ ਐਂਡ ਤੋਂ ਐਂਟਰ ਕਰਨਾ ਉਹਨੇ, ਮਾਈਕਰੋਪਾਈਲ ਤੋਂ ਟਿਊਬ ਨੇ ਐਂਟਰ ਕਰਨਾ। ਸਭ ਤੋਂ ਪਹਿਲਾਂ ਫਿਊਜ਼ਨ ਹੋਣੀ ਹੈ ਉਹਦੀ, ਠੀਕ ਹੈ, ਮੇਲ ਗੈਮੇਟ ਦੀ। ਹੁਣ ਇਸ ਟਿਊਬ ਦੇ ਵਿੱਚ ਵੀ 2 ਗੈਮੇਟਸ ਹੁੰਦੇ ਆ, ਮੇਲ ਗੈਮੇਟ ਦੇ ਵਿੱਚ ਡਿਵੀਜ਼ਨ ਹੋ ਜਾਂਦੀ ਆ, 2 ਗੈਮੇਟਸ ਬਣੇ ਹੋਏ ਨੇ। ਹੁਣ ਅੰਦਰ ਤਾਂ ਉਹਦੇ ਅੰਦਰ ਓਵਰੀ ਦੇ ਅੰਦਰ ਤਾਂ ਪਹਿਲਾਂ ਫੀਮੇਲ ਗੈਮੇਟ ਪ੍ਰੋਡਿਊਸ ਹੈਗਾ, ਫੀਮੇਲ ਗੈਮੇਟ ਹੁੰਦਾ ਹੈ, 2 ਪੋਲਰ ਨਿਊਕਲਾਈ ਹੁੰਦੇ ਆ, 3 ਐਂਟੀਪੋਡਲ ਸੈਲਸ ਹੁੰਦੇ ਆ। ਆਹ ਦੇਖੋ ਸਾਰਾ ਕੁਛ ਵਿੱਚ। ਹੁਣ ਸਭ ਤੋਂ ਪਹਿਲਾਂ ਮੇਲ ਗੈਮੇਟ ਜਿਹੜਾ ਇਹ ਐਗ ਨਾਲ ਫਿਊਜ਼ ਹੋਊਗਾ, ਦੈਨ ਉਸ ਤੋਂ ਬਾਅਦ ਪੋਲਰ ਨਿਊਕਲਾਈ ਨਾਲ, ਠੀਕ ਹੈ ਨਾ। ਸੋ ਇਸ ਨੂੰ ਅਸੀਂ ਇਸ ਕਰਕੇ 2 ਵਾਰੀ ਡਬਲ ਫਰਟੀਲਾਈਜੇਸ਼ਨ ਹੁੰਦਾ ਹੈ। ਪਹਿਲਾਂ ਕਿੰਨਾ ਹੋਇਆ ਐਗ ਦੇ ਨਾਲ, ਦੈਨ ਅੱਗੇ ਕਿੰਨਾ ਹੋਇਆ ਉਹ ਪੋਲਰ ਨਿਊਕਲੀਆਈ ਨਾਲ, ਠੀਕ ਹੈ। ਇਸ ਕਰਕੇ ਹੁਣ ਡਬਲ ਫਰਟੀਲਾਈਜੇਸ਼ਨ ਬੋਲਦੇ ਹਾਂ। ਫਿਊਜ਼ਨ ਆਫ ਦਾ 2 ਮੇਲ ਗੈਮੇਟਸ ਬ੍ਰੌਟ ਬਾਈ ਪੋਲਨ ਟਿਊਬ ਵਿਦ 2 ਡਿਫਰੈਂਟ ਸਟਰਕਚਰ ਸੇਮ ਐਂਬਰੀਓ, ਠੀਕ ਹੈ। ਫਿਰ ਉਸ ਤੋਂ ਬਾਅਦ ਇਹ ਵੀ ਮੈਂ ਤੁਹਾਨੂੰ ਇੱਕ ਕੁਐਸਚਨ ਪੁੱਛਿਆ ਸੀ ਲਾਸਟ ਜਿਹੜੀ ਵੀਡੀਓ ਬਣਾਈ ਸੀ, ਜਿੱਦਾਂ ਫਰਟੀਲਾਈਜ਼ਡ ਓਵਿਊਲ ਦੇ ਵਿੱਚ ਐਂਬਰੀਓ ਗਰੋਜ਼ ਐਟ ਦਾ ਐਕਸਪੈਂਸ ਆਫ ਐਂਡੋਸਪਰਮ। ਹੁਣ ਮੈਂ ਇਹ ਕਿਹਾ ਸੀਗਾ ਇਹ ਫਿਊਜ਼ਨ ਇਕੱਠੀ ਹੋਣੀ ਆ, ਪਹਿਲਾਂ ਐਂਬਰੀਓ ਬਣਦਾ ਕਿ ਐਂਡੋਸਪਰਮ ਬਣਦਾ, ਅਤੇ ਇਹਦਾ ਆਨਸਰ ਸੀਗਾ ਬੇਟਾ ਉਹਦਾ ਸਭ ਤੋਂ ਪਹਿਲਾਂ ਐਂਡੋਸਪਰਮ ਬਣੂਗਾ, ਐਂਡੋਸਪਰਮ। ਇਹ ਵੀ ਤੁਹਾਨੂੰ 1 ਮਾਰਕਸ ਦਾ ਕੁਐਸਚਨ ਪੁੱਛ ਸਕਦੇ ਆ। ਐਂਡੋਸਪਰਮ ਤਾਂ ਬਣੂਗਾ ਕਿਉਂਕਿ ਪੁੱਤ ਇਹ ਇੱਕ ਫੂਡ ਆ, ਕੀ ਆ, ਫੂਡ ਆ।
ਜਦੋਂ ਇਹ ਫਿਊਜ਼ਨ ਹੋਣੀ ਹੈ, ਇਹਨਾਂ ਨੇ ਇਕੱਠਿਆਂ ਨੇ ਐਂਟਰ ਕਰਨਾ, ਇੱਕ ਨੇ ਫਿਊਜ਼ ਐਗ ਨਾਲ ਕਰ ਜਾਣਾ, ਇੱਕ ਨੇ ਪੋਲਰ ਨਿਊਕਲੀਆਈ ਨਾਲ। ਠੀਕ ਹੈ, ਹੁਣ ਜਦੋਂ ਫਿਊਜ਼ਨ ਹੋਊਗੀ ਐਗ ਦੇ ਨਾਲ, ਉਹਨੇ ਐਂਬਰੀਓ ਬਣਾ ਦੇਣਾ। ਜਦੋਂ ਐਗ ਨਾਲ ਫਿਊਜ਼ਨ ਕਰਨੀ ਆ ਕੀ ਬਣੂਗਾ? ਐਂਬਰੀਓ। ਅਤੇ ਜਦੋਂ ਅੱਗੇ ਪੋਲਰ ਨਿਊਕਲੀਆਈ ਨਾਲ, ਉਹਨੇ ਐਂਡੋਸਪਰਮ ਬਣਾਉਣਾ। ਹੁਣ ਇਕੱਠੇ ਫਿਊਜ਼ਨ ਹੋਊਗੀ, ਪਰ ਸਭ ਤੋਂ ਪਹਿਲਾਂ ਐਂਡੋਸ, ਕਿਉਂਕਿ ਜਦੋਂ ਐਂਬਰੀਓ ਬਣ ਗਿਆ, ਐਂਬਰੀਓ ਨੂੰ ਨਾਲ ਹੀ ਕੁਝ ਖਾਣ ਨੂੰ ਚਾਹੀਦਾ। ਐਂਬਰੀਓ ਇੱਕ ਬੇਬੀ ਹੋਊਗਾ, ਫਸਟ ਸੈੱਲ ਬਣੂਗਾ। ਫਸਟ ਸੈੱਲ ਜ਼ਾਈਗੋਟ ਬਣਦਾ, ਫਿਰ ਉਸ ਤੋਂ ਬਾਅਦ ਐਂਬਰੀਓ ਬਣਦਾ। ਐਂਬਰੀਓ ਨੂੰ ਕੁਝ ਖਾਣ ਨੂੰ ਚਾਹੀਦਾ, ਅਤੇ ਉਹ ਕਿਹਨੂੰ ਖਾਊਗਾ? ਐਂਡੋਸਪਰਮ ਨੂੰ ਖਾਊਗਾ। ਠੀਕ ਹੈ ਨਾ। ਸੋ ਇਹ ਹੋ ਗਿਆ ਤੁਹਾਡੇ ਕੋਲ ਇੰਪੋਰਟੈਂਟ ਪਾਰਟ। ਇਹਦੀ ਡਬਲ ਫਰਟੀਲਾਈਜੇਸ਼ਨ ਤੁਹਾਨੂੰ ਪਤਾ ਹੋਣੀ ਚਾਹੀਦੀ ਕੀ ਹੁੰਦੀ ਹੈ, ਟ੍ਰਿਪਲ ਫਿਊਜ਼ਨ, ਜ਼ਾਈਗੋਟ ਕੀ ਹੁੰਦਾ, ਸਾਰਾ ਕੁਛ ਬੋਲਣਾ। ਇਹ ਸਾਰਾ ਪ੍ਰੋਸੈਸ ਬਹੁਤ ਇੰਪੋਰਟੈਂਟ ਹੈ। ਠੀਕ ਹੈ, ਕਈ ਵਾਰ ਇਹ ਇਕੱਲੀ ਡਾਇਗਰਾਮ ਵੀ ਆ ਜਾਂਦੀ ਹੁੰਦੀ ਆ ਪੁੱਤ, ਇਕੱਲੀ ਡਾਇਗਰਾਮ ਆ ਜਾਣੀ ਤੁਹਾਨੂੰ, ਜਿਹਦੇ ਵਿੱਚ ਉਹਨੇ ਕਹਿਣਾ ਕਿ ਜਿੱਦਾਂ ਵਨ ਪਾਰਟ ਕੀ ਹੁੰਦਾ, ਸੈਕਿੰਡ ਪਾਰਟ ਇਹਨੂੰ ਓਵਰੀ ਬੋਲਦੇ ਆ, ਇਹਦੇ ਅੰਦਰ ਵਾਲੇ ਆ 2 ਸੈੱਲ ਜਿਹੜੇ ਸੈਂਟਰ ਦੇ ਵਿੱਚ ਆ, ਇਹਨੂੰ ਪੋਲਰ ਨਿਊਕਲੀਆਈ ਬੋਲਦੇ ਆ, ਇੱਥੇ ਫੀਮੇਲ ਗੈਮਟਸ ਹੁੰਦਾ, ਮੇਲ ਗੈਮਟਸ ਹੁੰਦੇ, ਇਹ ਸਾਰਾ ਪਤਾ ਹੋਣਾ ਚਾਹੀਦਾ ਤੁਹਾਨੂੰ। ਸੋ ਪੋਲੀਨੇਸ਼ਨ ਫਰਟੀਲਾਈਜੇਸ਼ਨ ਹੋ ਗਈ ਤੁਹਾਡੀ, ਇੰਪੋਰਟੈਂਟ ਆ, ਇਹ ਕਰ ਲਿਓ, ਕੁਐਸਚਨ ਇਹਦੇ ਵਿੱਚੋਂ ਬਣਦਾ ਹੁੰਦਾ ਕਾਫੀ। ਆ ਇੱਕ ਸਟਰਕਚਰ ਆ, ਸੀਡ ਦਾ ਸਟਰਕਚਰ ਕਿਵੇਂ ਦਾ ਹੁੰਦਾ ਆ। ਠੀਕ ਆ, ਆ ਚਲਾਜ਼ਾ ਐਂਡ ਹੋ ਗਿਆ, ਆ ਨੀਚੇ ਵਾਲਾ ਮਾਈਕਰੋਬਾਈਲ ਐਂਡ ਹੁੰਦਾ, ਤੁਹਾਨੂੰ ਦੱਸ ਚੁੱਕਾ ਹਾਂ। ਠੀਕ ਹੈ, ਟੈਗਨਮ ਟੈਸਟਾ, ਇਹਦੀ ਆਊਟਰ ਕਵਰਿੰਗ ਨੂੰ, ਸੀਡ ਦੀ ਆਊਟਰ ਕਵਰਿੰਗ ਬੇਟਾ ਇਹ ਕੁਐਸਚਨ ਬਣਦਾ ਤੁਹਾਡਾ। ਆ ਦੇਖੋ, ਸੀਡ ਦੀ ਜਿਹੜੀ ਆਊਟਰ ਕਵਰਿੰਗ ਨੂੰ ਟੈਸਟਾ ਬੋਲਦੇ ਆ। ਠੀਕ ਹੈ, ਆ ਕੋਟੀਲੇਡਨ ਕੀ ਹੁੰਦਾ, ਇਹ ਵੀ ਆਉਂਦਾ ਕੁਐਸਚਨ। ਕੋਟੀਲੇਡਨ ਉਹ ਹੁੰਦਾ ਜਿਹੜਾ ਫੂਡ ਨੂੰ ਸਟੋਰ ਕਰਦਾ। ਠੀਕ ਹੈ, ਅਤੇ ਆ ਜਿਹੜਾ ਥੱਲੇ ਵਾਲਾ ਪਾਰਟ ਹੁੰਦਾ ਨਾ ਪੁੱਤ ਬੇਟਾ, ਆ ਜਿਹੜਾ ਨੀਚੇ, ਇਹਨੂੰ ਰੈਡੀਕਲ ਬੋਲਦੇ, ਕਿਉਂਕਿ ਰੈਡੀਕਲ ਤੋਂ ਹੀ ਅੱਗੇ ਰੂਟ ਬਣਦੀ ਆ ਕਿਸੇ ਵੀ ਪਲਾਂਟ ਦੀ। ਰੈਡੀਕਲ ਤੋਂ ਰੂਟ ਬਣਦੀ ਹੈ, ਅਤੇ ਪਲਮਿਊਲ ਜਿਹੜਾ ਉਹ ਉਹਦੀਆਂ ਬ੍ਰਾਂਚਿਸ ਬਣਦੀਆਂ। ਇਹ ਗੱਲ ਯਾਦ ਰੱਖਣੀ ਹੈ, ਇੰਪੋਰਟੈਂਟ ਆ। ਠੀਕ ਹੈ, 3 ਚੀਜ਼ਾਂ ਇਹ 'ਚ ਕੁਐਸਚਨ ਇੰਪੋਰਟੈਂਟ ਹੋ ਗਏ। ਆਊਟਰ ਕਵਰਿੰਗ ਨੂੰ ਅਸੀਂ ਕੀ ਬੋਲਦੇ ਹਾਂ? 4 ਕੁਐਸਚਨ, ਟੈਗਮਨ, ਟੈਸਟ ਐਂਡ ਟੈਗਮਨ ਹੁੰਦਾ ਆਊਟਰ ਕਵਰਿੰਗ। ਠੀਕ ਹੈ, ਉਸ ਤੋਂ ਬਾਅਦ ਕੋਟੀਲੇਡਨ ਨੂੰ, ਉਹ ਚੀਜ਼ ਜਿਹੜੀ ਫੂਡ ਸਟੋਰ ਹੁੰਦੀ ਉਹਨੂੰ ਕੋਟੀਲੇਡਨ ਬੋਲਦੇ ਆ। ਫਿਰ ਉਸ ਤੋਂ ਬਾਅਦ ਜਿਹੜਾ ਰੈਡੀਕਲ ਹੁੰਦਾ ਉਹ ਰੂਟ ਬਣਦੀ ਹੈ ਉੱਤੋਂ। ਠੀਕ ਹੈ, ਅਤੇ ਪਲਮਿਊਲ ਜਿਹੜਾ ਹੁੰਦਾ, 2 ਹੁੰਦੀਆਂ ਨਾ ਚੀਜ਼ਾਂ, ਰੈਡੀਕਲ ਅਤੇ ਪਲਮਿਊਲ। ਪਲਮਿਊਲ ਤੋਂ ਬ੍ਰਾਂਚਿਸ ਬਣਦੀਆਂ, ਇਹ ਹਮੇਸ਼ਾ ਪੁੱਛਦੇ ਹੁੰਦੇ ਆ। ਠੀਕ ਹੈ, ਅੱਗੇ ਰਿਪਰੋਡਕਸ਼ਨ ਇਨ ਹਿਊਮਨ ਬੀਇੰਗਸ ਤੁਹਾਨੂੰ ਪਤਾ ਹੀ ਹੈ, ਪਹਿਲਾਂ ਵੀ ਚੀਜ਼ਾਂ ਸਾਰੀਆਂ ਪੜ੍ਹੀਆਂ ਹੋਈਆਂ, ਇੰਪੋਰਟੈਂਟ ਆ ਸਾਰਾ ਕੁਛ ਇਹ। ਠੀਕ ਹੈ, ਟੈਸਟਿਸ ਕੀ ਹੁੰਦੀਆਂ, ਫੀਮੇਲ ਦੇ ਓਵਰੀਜ਼ ਕੀ ਹੁੰਦੀਆਂ, ਅੰਡਰਸਟੂਡ ਆ। ਮੇਲ ਪ੍ਰੋਡਕਟਿਵ ਸਿਸਟਮ ਦੇ ਵਿੱਚ ਟੈਸਟਿਸ ਦੇ ਵਿੱਚ ਕੁਐਸਚਨ ਬਣਦਾ ਹੁੰਦਾ ਕਿ ਮੇਲ ਟੈਸਟਿਸ ਕੀ ਪ੍ਰੋਡਿਊਸ ਕਰਦੀਆਂ ਆ? ਸਪਰਮ ਪ੍ਰੋਡਿਊਸ ਕਰਦੀਆਂ, ਮੇਲ ਸੈਕਸ ਹਾਰਮੋਨ ਵੀ ਪ੍ਰੋਡਿਊਸ ਕਰਦੀਆਂ, ਉਹਨੂੰ ਟੈਸਟੋਸਟੈਰੋਨ ਵੀ ਬੋਲਦੇ ਹਾਂ ਅਸੀਂ, ਉਹਨੂੰ ਅਸੀਂ ਕੀ ਬੋਲਦੇ ਹਾਂ? ਟੈਸਟੋਸਟੈਰੋਨ। ਫਿਰ ਉਸ ਤੋਂ ਬਾਅਦ ਟੈਸਟਿਸ ਨੂੰ ਕਵਰ ਕੌਣ ਕਰਦਾ? ਸਕਰੋਟਮ। ਸਕਰੋਟਮ ਦਾ ਫੰਕਸ਼ਨ ਹੁੰਦਾ, ਉਹ ਟੈਂਪਰੇਚਰ ਨੂੰ ਕੰਟਰੋਲ ਕਰਕੇ ਰੱਖਦਾ ਹੈ, ਸਾਡੇ ਬੋਡੀ ਟੈਂਪਰੇਚਰ ਨਾਲੋਂ 1 ਤੋਂ 3 ਡਿਗਰੀ ਸੈਲਸੀਅਸ ਘੱਟ। ਠੀਕ ਹੈ, ਫਿਰ ਟੈਸਟਿਸ ਦੇ ਸੈਮਨੀਫੈਰਸ ਟਿਊਬਿਊਲਸ ਵੀ ਹੁੰਦੀਆਂ। ਆ ਦੇਖੋ, ਆ ਟੈਸਟਿਸ ਦਾ ਸਟਰਕਚਰ ਆ ਜੀ, ਉਹਨੂੰ TS ਕੱਟੀਏ, ਉਹਨੂੰ ਟਰਾਂਸਫਰ ਸੈਕਸ਼ਨ ਕਟਿੰਗ ਕਰੀਏ ਜੀ, ਅਤੇ ਉਹਦੇ ਵਿੱਚ ਆ ਸਾਰੀਆਂ ਚੀਜ਼ਾਂ, ਨਿਊਟ੍ਰੀਟਿਵ ਸੈਲਸ, ਕਨੈਕਟਿਵ ਟਿਸ਼ੂ, ਸੈਮਨੀਫੈਰਸ ਟਿਊਬਿਊਲਸ ਇਹਨਾਂ ਨੂੰ ਬੋਲਦੇ ਆ। ਇਹ ਸਾਰਾ ਸੈਮਨੀਫੈਰਸ ਟਿਊਬਿਊਲਸ ਆ। ਮੈਚਿਓਰ ਸਪਰਮਸ ਇਹਦੇ ਵਿੱਚ ਹੁੰਦੇ, ਲੈਡ ਐਗ ਸੈਲਸ ਹੁੰਦੇ ਆ, ਇਹ ਸਾਰਾ ਕੁਛ ਇਹਦੇ ਵਿੱਚ ਹੁੰਦਾ। ਠੀਕ ਹੈ, ਸੋ ਲੈਡ ਜਿਹੜਾ ਆਪਾਂ ਨੇ ਪੜ੍ਹਿਆ ਸੀ ਨਾ, ਟੈਸਟੀ ਜਿਹੜਾ ਹਾਰਮੋਨ ਟੈਸਟੋਸਟੈਰੋਨ ਸੀ, ਉਹ ਟੈਸਟੋਸਟੈਰੋਨ ਕੌਣ ਸਕਰੀਟ ਕਰਦਾ? ਵੈਸੇ ਜੇ ਆਪਸ਼ਨ ਦੇ ਵਿੱਚ ਲੈਡ ਐਗ ਸੈਲਸ ਹੋਇਆ ਤਾਂ ਫਿਰ ਇਹ ਟਿਕ ਕਰਨਾ ਤੁਸੀਂ। ਐਪੀਡੀਡਾਈਮਸ ਹੁੰਦਾ ਹੈ। ਠੀਕ ਹੈ, ਈਚ ਟੈਸਟਿਸ ਜਿਹੜੀ ਉਹ ਓਪਨ ਕਰਦੀ ਹੈ ਲੌਂਗ ਟਰਮ ਟਿਊਬਿਊਲ, ਉਹ ਕਿਹਦੇ ਵਿੱਚ ਆ ਕੇ ਕਰਦੀ? ਵਾਸਾ ਐਫਰੈਂਸ਼ੀਆ ਦੇ ਵਿੱਚ। ਹੁਣ ਇਹਦਾ ਐਪੀਡੀਡਾਈਮਸ ਦਾ ਫੰਕਸ਼ਨ ਬੇਟਾ ਜ਼ਰੂਰ ਕਰਨਾ ਹੈ ਤੁਸੀਂ ਇਹਦਾ। ਇਟ ਸਟੋਰਸ ਐਂਡ ਨਰਿਸ਼ ਦਾ ਸਪਰਮਸ, ਇਹ ਸਟੋਰ ਵੀ ਕਰਦਾ ਹੈ ਸਪਰਮਸ ਨੂੰ ਅਤੇ ਨਰਿਸ਼ ਵੀ ਕਰਦਾ ਹੈ ਐਪੀਡੀਡਾਈਮਸ। ਠੀਕ ਹੈ, ਵਾਸਾ ਡੈਫਰੈਂਸ਼ੀਆ ਹੋ ਗਿਆ, ਕਿੰਨਾ ਜਾ ਕੇ ਅਟੈਚ? ਯੂਰੇਨੋਜੈਨਾਈਟਲ ਡਕਟ ਨਾਲ ਅਟੈਚ ਹੁੰਦੀ ਹੈ। ਸੋ ਇਹ ਚੀਜ਼ਾਂ ਸਾਰੀਆਂ ਪਹਿਲਾਂ ਕਰਵਾਈਆਂ ਹੋਈਆਂ। ਕਾਪਰਸ ਗਲੈਂਡ ਦਾ ਹੋਰ ਨੇਮ ਕੀ ਹੁੰਦਾ ਹੈ? ਅਦਰ ਨੇਮ ਆਫ ਕਾਪਰ ਗਲੈਂਡ ਬਲਬੋਯੂਰੇਥਰਲ ਗਲੈਂਡਸ। ਇਹ ਵੀ 1 ਮਾਰਕਸ ਦਾ ਕੁਐਸਚਨ ਆ। ਠੀਕ ਹੈ ਜੀ, ਦੈਨ ਉਸ ਤੋਂ ਬਾਅਦ ਆ ਜਾਂਦਾ ਤੁਹਾਡਾ ਪੈਨਿਸ ਦਾ ਸਟਰਕਚਰ। ਪੈਨਿਸ ਦਾ ਆ ਬੇਟਾ ਜਿਹੜਾ
ਪੈਨਿਸ ਦਾ ਸਟਰਕਚਰ ਆ 3 ਲੇਅਰਸ ਵਿੱਚ ਹੁੰਦੀ ਆ। ਕਾਰਪਸ ਕੈਵੇਮੋਸਮ, ਕਾਰਪਸ ਸਪੌਂਜੀਓਸਮ, ਯੂਰਾਈਨੋਜੈਨੇਟਲ ਡਕਟ। ਇਹ 3 ਲੇਅਰਸ ਦਾ ਤੁਹਾਨੂੰ ਨਾਂ ਪਤਾ ਹੋਣਾ ਚਾਹੀਦਾ, ਠੀਕ ਹੈ। ਆ ਦੇਖੋ, ਠੀਕ ਹੈ, ਅੰਡਰਸਟੂਡ। ਆ ਟੈਸਟਿਸ ਹੋ ਗਈਆਂ, ਸਰਾਊਂਡ ਇਹਨੂੰ ਕਰਦਾ ਆ ਸਕ੍ਰੋਟਮ। ਐਪੀਡੀਡਾਈਮਸ ਹੋ ਗਿਆ, ਵਾਸ ਡੈਫਰੈਂਸ ਆ ਜਾਂਦਾ ਪਹਿਲੇ ਨੰਬਰ 'ਤੇ। ਇਹ ਟਿਊਬ ਇਸ ਤਰ੍ਹਾਂ ਮੂਵ ਕਰ ਰਹੀ ਹੈ। ਯੂਰੇਟਰਸ, ਵਾਸ ਡੈਫਰੈਂਸਿਸ, ਸੈਮਨੀਵੇਰਿਸ, ਸੈਮਨੀਵਲ ਵੈਸਿਕਲਸ, ਯੂਰਾਈਨੋਜੈਨਾਈਟਲ ਡਕਟਸ, ਕਾਪਰ ਗਲੈਂਡਸ ਆ ਦੇਖੋ, ਠੀਕ ਹੈ। ਸੋ ਆ 3 ਲੇਅਰਸ, ਸਪੌਂਜੀਓਸਮ, ਕੇਵਰਮੋਸਮ, ਠੀਕ ਹੈ। ਇਹ 3 ਲੇਅਰਸ ਸਾਨੂੰ ਪਤਾ ਹੋਣੀ ਚਾਹੀਦੀਆਂ ਹੁੰਦੀਆਂ। ਨੈਕਸਟ ਆ ਜਾਂਦਾ ਅੱਗੇ ਤੁਹਾਡਾ ਸੇਮਨ। ਕੀ ਹੁੰਦਾ ਬੇਟਾ? ਸੇਮਨ ਇੱਕ ਮਿਲਕੀ ਵਿਸਕਸ ਅਲਕਲਾਈਨ ਫਲੂਇਡ ਹੁੰਦਾ। ਐਜੈਕੂਲੇਟਰ ਮੇਲਸ ਦੁਆਰਾ ਐਜੈਕੂਲੇਟਰ ਹੁੰਦਾ ਹੈ, ਠੀਕ ਹੈ। तो the alkalinity corrects acidity of male genital tract as well as that of vagina। ਸੀਮਨ ਦੇ ਵਿੱਚ ਇੱਕ ਫਰਕਟੋਜ਼ ਹੁੰਦਾ, ਇਹ ਇੰਪੋਰਟੈਂਟ ਆ ਬਹੁਤ ਜ਼ਿਆਦਾ, ਸਿਰਫ ਮੇਲ ਬੋਡੀ ਵਿੱਚ ਪਾਇਆ ਜਾਂਦਾ ਹੈ ਫਰਕਟੋਜ਼। ਇਹ ਪੁੱਛ ਸਕਦੇ ਤੁਹਾਨੂੰ ਕਿਹੜੇ ਪਾਰਟ ਦੇ ਵਿੱਚ ਲਿਕੁਇਡ ਮਟੀਰੀਅਲ ਐਸਾ ਕਿਹੜਾ ਹੁੰਦਾ ਜਿਹਦੇ ਵਿੱਚ ਫਰਕਟੋਜ਼ ਪਾਇਆ ਜਾਂਦਾ? ਸੀਮਨ ਦੇ ਵਿੱਚ ਪਾਇਆ ਜਾਂਦਾ ਹੈ। ਇਹ ਹੁੰਦਾ ਕਿਹਦੇ ਵਿੱਚ? ਮੇਲ ਬੋਡੀ ਦੇ ਵਿੱਚ, ਠੀਕ ਹੈ। ਸੋ ਜਿਹੜਾ ਸਪਰਮ ਹੁੰਦਾ ਨਾ ਬੇਟਾ, ਸਪਰਮ ਦੇ ਹੈਡ, ਸਪਰਮ ਇੱਕ ਗੈਮੇਟ ਆ, ਮੇਲ ਗੈਮੇਟ ਆ। ਪਹਿਲੀ ਗੱਲ ਤਾਂ ਇਹੀ ਯਾਦ ਰੱਖਣਾ, ਸਪਰਮ ਇੱਕ ਮੇਲ ਗੈਮੇਟ ਆ। ਸਪਰਮ ਦਾ ਸਟਰਕਚਰ ਹੁੰਦਾ ਬੇਟਾ ਇੱਦਾਂ, ਸਪਰਮ ਦਾ ਸਟਰਕਚਰ ਜਿਹੜਾ ਇੱਦਾਂ ਹੁੰਦਾ, ਆ ਇਹਦਾ ਹੈਡ ਰੀਜਨ ਆ, ਠੀਕ ਹੈ। ਆ ਇਹਦਾ ਮਿਡਲ ਰੀਜਨ ਹੁੰਦਾ ਔਰ ਆ ਇਹਦੀ ਟੇਲ ਹੁੰਦੀ ਆ। ਜਿਹੜਾ ਹੈਡ ਰੀਜਨ ਹੁੰਦਾ ਨਾ, ਉੱਥੇ ਕੀ ਪ੍ਰੈਜੈਂਟ ਹੁੰਦਾ? ਹੁਣ ਮੈਂ ਹੈਡ ਰੀਜਨ 'ਤੇ ਦੱਸਣਾ ਚਾਹੁੰਦਾ ਬੇਟਾ। ਹੈਡ ਰੀਜਨ 'ਚ ਐਕਰੋਜ਼ੋਮ ਪ੍ਰੈਜੈਂਟ ਹੁੰਦਾ ਹੈ, ਠੀਕ ਹੈ। ਜਿਹੜਾ ਕੀ ਕਰਦਾ, ਐਗ ਨਹੀਂ, ਜਿਹੜੀ ਜਦੋਂ ਇਹਦੀ ਫਿਊਜ਼ਨ ਹੁੰਦੀ ਆ ਮੇਲ ਗੈਮੇਟ ਅਤੇ ਫੀਮੇਲ ਗੈਮੇਟ ਦੀ, ਮੇਲ ਗੈਮੇਟ ਐਗ ਸਪਰਮ ਹੋ ਗਿਆ, ਸਪਰਮ ਨੇ ਜਾ ਕੇ ਆ ਸਪਰਮ ਹੋ ਗਿਆ ਅਤੇ ਆ ਸਪਰਮ, ਸੌਰੀ ਆ ਐਗ ਹੋ ਗਿਆ, ਆ ਐਗ ਹੋ ਗਿਆ ਅਤੇ ਆ ਸਪਰਮ ਹੋ ਗਿਆ। ਜਦੋਂ ਇਹ ਸਪਰਮ ਦਾ ਜਿਹੜਾ ਐਕਰੋਜ਼ੋਮ, ਸਭ ਤੋਂ ਪਹਿਲਾਂ ਇਹਨੇ ਹੀ ਹੈਡ ਰੀਜਨ ਹੀ ਆ ਕੇ ਇਹਨਾਂ ਅਟੈਚ ਹੋਣਾ। ਸੋ ਇਹਨੂੰ ਐਗ ਦੀ ਬਾਹਰਲੀ ਲੇਅਰ ਨੂੰ ਤੋੜਨ ਦੇ ਵਿੱਚ ਹੈਲਪ ਕਰਨੀ ਆ ਐਕਰੋਜ਼ੋਮ ਨੇ, ਠੀਕ ਹੈ। ਆ ਲਿਖਿਆ ਹੋਇਆ ਫਾਰ ਪੈਨਟਰੇਟਿੰਗ ਦਾ ਐਗ। ਅਤੇ ਟੇਲ ਜਿਹੜੀ ਹੁੰਦੀ ਉਹਨੂੰ ਮੂਵਮੈਂਟ ਵਿੱਚ ਹੈਲਪ ਕਰਦੀ ਆ। ਮਿਡਲ ਪੀਸ ਜਿਹੜਾ ਹੁੰਦਾ ਉਹ 'ਤੇ ਮਾਈਟੋਕੌਂਡਰੀਆ ਪ੍ਰੈਜੈਂਟ ਹੁੰਦਾ ਸਪਰਮ ਦੇ ਮਿਡਲ ਰੀਜਨ 'ਚ। ਮਾਈਟੋਕੌਂਡਰੀਆ ਹੁੰਦਾ ਅਤੇ ਉਹਨੂੰ ਐਨਰਜੀ ਪ੍ਰੋਵਾਈਡ ਕਰਦਾ। ਅੰਡਰਸਟੂਡ ਹੈ, ਠੀਕ ਹੈ। ਇੱਦਾਂ ਹੀ ਆ ਫੀਮੇਲ ਰਿਪਰੋਡਕਟਿਵ ਸਿਸਟਮ ਆ ਗਿਆ ਬੇਟਾ, ਠੀਕ ਹੈ। ਇਹਦੇ ਵਿੱਚ ਤੁਹਾਡੇ ਆ ਓਵਰੀ ਆ ਗਈ ਜਿਹਨੇ ਐਗ ਰਿਲੀਜ਼ ਕਰਨਾ। ਹੁਣ ਇਹ 'ਚ ਮੇਨ ਜਿਹੜੀ ਇੰਪੋਰਟੈਂਟ ਹੈਗਾ ਆ ਫਲੋਪੀਨ ਟਿਊਬ ਆ ਤੁਹਾਡੀ, ਆ ਸਾਰੀ ਆ ਫਲੋਪੀਨ ਟਿਊਬ ਆ, ਠੀਕ ਹੈ। ਹੁਣ ਇਹ 'ਚ ਬੇਟਾ ਮੇਨ ਚੀਜ਼ ਇਹ ਆ ਕਿ ਫਰਟੀਲਾਈਜੇਸ਼ਨ ਕਿੱਥੇ ਹੁੰਦੀ ਆ? ਫਲੋਪੀਨ ਟਿਊਬ ਦੇ ਵਿੱਚ ਹੁੰਦੀ ਆ। ਫਰਟੀਲਾਈਜੇਸ਼ਨ ਕਿੱਥੇ ਹੁੰਦੀ ਹੈ ਬੇਟਾ? ਇਸ ਫਲੋਪੀਨ ਟਿਊਬ ਦੇ ਵਿੱਚ ਹੁੰਦੀ ਆ। ਸੋ ਇਹ ਸਾਰਾ ਪਹਿਲਾਂ ਡਿਸਕਸ ਕੀਤਾ ਹੋਇਆ। ਇਹ 'ਚੋਂ ਬਹੁਤ ਸਾਰੇ ਛੋਟੇ ਛੋਟੇ ਕੁਐਸਚਨਸ ਬਣਦੇ ਆ। ਇਹਦੇ ਵਿੱਚ ਵੀ ਬਾਲਵੋ ਥਿਨ ਗਲੈਂਡਸ ਹੁੰਦੀਆਂ, ਉਹਨੂੰ ਕੀ ਕਹਿੰਦੇ ਆ? ਮੈਮਰੀ ਗਲੈਂਡਸ, ਪਹਿਲਾਂ ਜਿਹੜੀਆਂ ਮਿਲਕ ਪ੍ਰੋਡਿਊਸ ਕਰਦੀਆਂ ਫੀਮੇਲਸ ਦੇ ਵਿੱਚ। ਫਲੋਪੀਨ ਟਿਊਬਸ ਹੁੰਦੀਆਂ, ਓਬੀਡਕਸ ਬੋਲਦੇ ਆ, ਆ ਜਿਹੜੀਆਂ ਕਰਵ ਸ਼ੇਪਡ ਹੁੰਦੀਆਂ, ਠੀਕ ਹੈ ਨਾ। ਸੋ ਇਹ ਤੁਹਾਡਾ ਹੋ ਜਾਊਗਾ। ਆ ਦੇਖੋ, ਸਭ ਤੋਂ ਪਹਿਲਾਂ ਐਗ ਇੱਥੋਂ ਰਿਲੀਜ਼, ਸਪਰਮ ਇੱਧਰੋਂ ਐਂਟਰ ਕਰੂਗਾ, ਇਹ ਦੱਸਿਆ ਹੋਇਆ। ਸਪਰਮ ਐਂਟਰ ਕਰਕੇ ਇੱਥੇ ਪਹੁੰਚੂਗਾ। ਇੱਦਾਂ ਹੀ ਜਿਹੜਾ ਬੇਟਾ ਸਪਰਮ ਜਿਹੜਾ ਨਾ, ਸਪਰਮ ਜਿਹੜਾ ਤੁਹਾਡਾ ਐਂਟਰ ਕਰਕੇ ਇੱਥੋਂ ਪਹੁੰਚੇਗਾ, ਠੀਕ ਹੈ। ਔਰ ਇਹ ਜਿਹੜੀ ਹੁੰਦੀ ਆ ਓਵਰੀ ਹੁੰਦੀ ਨਾ ਬੇਟਾ, ਆ ਓਵਰੀ ਆ, ਓਵਰੀ ਨੇ ਕੀ ਕਰਨਾ? ਓਵਰੀ ਨੇ ਐਗ ਰਿਲੀਜ਼ ਕਰਨਾ, ਐਗ ਰਿਲੀਜ਼ ਕਰਨਾ ਅਤੇ ਉਹ ਸਪਰਮ ਅਤੇ ਐਗ ਨੇ ਉਹ ਜਦੋਂ ਫਿਊਜ਼ਨ ਹੋਣੀ ਆ ਉਹ ਇੱਥੇ ਹੋਏਗੀ। ਇਸ ਕਰਕੇ ਆ ਦੇਖੋ, ਪਹਿਲਾਂ ਦੱਸਿਆ ਹੋਇਆ ਆ ਫਰਟੀਲਾਈਜੇਸ਼ਨ ਲਿਖਿਆ ਹੋਇਆ, ਇੱਥੇ ਐਗ ਅਤੇ ਦੋਨੇ ਫਿਊਜ਼ ਕਰਕੇ। ਅੰਡਰਸਟੂਡ ਆ। ਦੈਨ ਉਸ ਤੋਂ ਬਾਅਦ ਆ ਪਹਿਲੀ ਕਲੀਵਰ,
फस्ट 1 ਤੋਂ 2 बन जाने, 2 ਤੋਂ 4, 4 ਤੋਂ 8, 8 ਤੋਂ 16, 16 ਤੋਂ 32 ਇੱਦਾਂ। ਫਿਰ ਜਦੋਂ ਫਿਊਜ਼ਨ ਹੋ ਕੇ ਬਾਅਦ 'ਚ ਇੰਪਲਾਂਟੇਸ਼ਨ ਕਿੱਥੇ ਹੋਣੀ ਜਾ ਕੇ, ਉਹ ਯੂਟਰਸ ਦੇ ਵਿੱਚ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਆ ਮੋਰੂਲਾ ਸਟੇਜ ਆ ਗਈ, ਠੀਕ ਹੈ। ਹੁਣ ਦੇਖੋ ਇਹ 'ਚ ਇਹ ਵੀ ਕੁਐਸਚਨ ਬਣਦਾ ਹੈ, ਮੋਰੂਲਾ ਸਟੇਜ ਕਿੰਨੇ ਸੈੱਲ ਸਟੇਜ ਹੁੰਦੀ, 16 ਸੈੱਲ, ਠੀਕ ਹੈ। 2 ਸੈੱਲ ਸਟੇਜ ਹੋ ਗਈ। ਉਸ ਤੋਂ ਬਾਅਦ 4 ਆ ਗਈ, 4 ਤੋਂ 8, 8 ਤੋਂ 16। ਸੋ 16 ਜਿਹੜੀ ਸਟੇਜ ਆ ਬੇਟਾ ਮੋਰੂਲਾ ਸਟੇਜ ਆ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਉਸ ਤੋਂ ਬਾਅਦ ਇਹਨੇ ਇੰਪਲਾਂਟੇਸ਼ਨ ਕਿੱਥੇ ਹੋ ਜਾਂਦੀ, ਉਹਦੀ ਬੇਬੀ ਜਿਹੜਾ ਪ੍ਰੋਡਿਊਸ ਹੋਣਾ ਉਹ ਇੱਥੇ ਬੇਬੀ ਪ੍ਰੋਡਿਊਸ ਹੁੰਦਾ। ਅੰਡਰਸਟੂਡ ਆ। ਸੋ ਗੈਸਟੇਸ਼ਨ ਪੀਰੀਅਡ ਹੋ ਗਿਆ, ਇਹ ਤਾਂ ਚੀਜ਼ਾਂ ਤੁਸੀਂ ਕਰਨੀਆਂ ਪੈਣੀਆਂ। ਇਹ ਪਤਾ ਹੋਣਾ ਚਾਹੀਦਾ ਬੇਟਾ। ਇਹ ਕਈ ਵਾਰ ਅਸੀਂ ਛੱਡ ਦਿੰਦੇ ਹਾਂ, ਇੰਪੋਰਟੈਂਟ ਹੁੰਦੀਆਂ ਸਾਰੀਆਂ ਚੀਜ਼ਾਂ। ਕਿੰਨੇ ਪੀਰੀਅਡ ਦੇ ਵਿੱਚ ਗੈਸਟੇਸ਼ਨ ਪੀਰੀਅਡ ਕਿੰਨੇ ਦਿਨਾਂ ਦਾ ਹੁੰਦਾ ਆ, 270 ਡੇਜ਼। ਇਟਸ ਵੈਰੀ ਇੰਪੋਰਟੈਂਟ। ਹਾਰਮੋਨਸ ਜਿਹੜੇ ਆ, ਜਿਹੜੇ ਕਿਹੜੇ ਚਾਹੀਦੇ ਹੁੰਦੇ, ਪ੍ਰੋਜੈਸਟਰੋਨ, SCG। ਅਤੇ ਪਾਰਚੂਜੇਸ਼ਨ ਪੀਰੀਅਡ ਜਿਹੜਾ ਹੁੰਦਾ ਉਹ ਫਿਊ ਆਵਰਸ ਦਾ ਹੁੰਦਾ। ਇਹ ਦੋਨਾਂ ਦਾ ਮੇਨ ਡਿਫਰੈਂਸ ਆ, ਇਹ ਫਿਊ ਆਵਰਸ ਦਾ ਹੁੰਦਾ, ਠੀਕ ਹੈ। ਫਿਰ ਅੱਗੇ ਮੈਂਸੂਰੇਸ਼ਨ ਹੋ ਗਈ, ਮੈਨਾਰਕ ਹੋ ਗਿਆ। ਪਹਿਲਾ ਮੈਂਸੂਰੇਸ਼ਨ ਪੀਰੀਅਡ ਨੂੰ, ਮੈਂਸਟਰੁਅਲ ਸਾਈਕਲ ਜਿਹੜਾ ਆਫਟਰ ਮੰਥ, ਉਹਨੂੰ ਮੈਨਾਰਕ ਹੀ ਬੋਲਦੇ ਆ, ਠੀਕ ਹੈ ਨਾ। ਇਹ ਸਾਰੀਆਂ ਚੀਜ਼ਾਂ ਹੁਣ ਬੇਟਾ ਇੱਕ ਹਿਸਾਬ ਦਾ ਤੁਹਾਡਾ ਦੁਬਾਰਾ ਚੈਪਟਰ ਰਿਵਾਈਜ਼ ਹੀ ਹੋ ਗਿਆ ਸਾਰਾ। ਸੋ ਆਹ ਕੁਝ ਫੈਮਿਲੀ ਕੰਟਰੋਲਿੰਗ ਮੈਥਡਸ ਹੁੰਦੇ ਆ ਜਿਹੜੇ ਤੁਹਾਨੂੰ ਪਤਾ ਹੋਣੇ ਚਾਹੀਦੇ ਆ ਸਾਰੇ, ਠੀਕ ਹੈ। ਅੰਡਰਸਟੂਡ ਆ। ਸੋ IUCDs ਦੀ ਫੁੱਲ ਫਾਰਮ ਪਤਾ ਹੋਣੀ ਚਾਹੀਦੀ ਤੁਹਾਨੂੰ, IUCD, ਠੀਕ ਹੈ। ਉਸ ਤੋਂ ਬਾਅਦ ਓਰਲ ਪੀਲਸ ਵਗੈਰਾ, ਇਹ ਸਾਰਾ ਕੁਝ ਪਤਾ ਹੋਣਾ ਚਾਹੀਦਾ। ਕੈਮੀਕਲ ਮੈਥਡਸ ਕਿਹੜੇ ਹੁੰਦੇ ਆ, ਇਹ ਵੀ ਪਤਾ ਹੋਣੇ ਚਾਹੀਦੇ ਆ। ਅੰਡਰਸਟੂਡ ਆ। ਦੇਖੋ ਕੁਐਸਚਨ ਜੇ ਇੱਦਾਂ ਆਇਆ, ਉਹਨਾਂ ਨੇ ਪੁੱਛਣਾ ਕਿ ਮਕੈਨੀਕਲ ਮੈਥਡਸ ਕਿਹੜੇ ਹੁੰਦੇ ਆ। ਦੈਨ ਆ ਕੌਂਡਮ, ਸਰਵਾਈਕਲ ਕੈਪ, ਡਾਇਫਾਗ੍ਰਾਮ, ਇਹ 3 ਹੋ ਗਏ, ਠੀਕ ਆ। IUCDs ਇਹ 3 ਤਰ੍ਹਾਂ ਦੇ ਹੁੰਦੇ ਆ, ਸੈਵਰਲ ਟਾਈਪਸ ਦੇ ਹੁੰਦੇ ਆ। ਇਹ ਵੀ ਤੁਹਾਨੂੰ ਪਤਾ ਹੋਣੇ ਚਾਹੀਦੇ ਆ ਕਿਹੜੇ ਹੁੰਦੇ ਆ। ਲੂਪ, ਸਪਾਇਰਲਸ, ਰਿੰਗਸ, ਬੋਜ਼, ਸ਼ੀਲਡਸ, ਠੀਕ ਹੈ ਨਾ, ਯੂਜ਼ ਕੀਤੇ ਜਾਂਦੇ ਆ। ਫਿਰ ਹਾਰਮੋਨਲ ਕੰਟਰੋਲ ਜਿਹੜੇ ਹੁੰਦੇ ਆ, ਉਹ ਮੈਡੀਸਨ ਵਗੈਰਾ ਯੂਜ਼ ਕੀਤੀ ਜਾਂਦੀ ਹੈ ਬਰਥ ਨੂੰ ਕੰਟਰੋਲ ਕਰਨ ਵਾਸਤੇ, ਜਿਹਨੂੰ ਓਰਲ ਪੀਲਸ ਬੋਲਦੇ ਆ, ਠੀਕ ਹੈ ਨਾ। ਫਿਰ ਹੋਰ ਉਸ ਤੋਂ ਬਾਅਦ ਕੈਮੀਕਲ ਮੈਥਡਸ ਆ ਜਾਂਦੇ ਆ, ਕੁਝ ਕਰੀਮ, ਜੈਲੀਜ਼ ਵਗੈਰਾ ਜਿਹੜੀਆਂ ਯੂਜ਼ ਕੀਤੀਆਂ ਜਾਂਦੀਆਂ ਫਾਰਮਸ ਫਰਟੀਲਾਈਜੇਸ਼ਨ ਨੂੰ ਕੰਟਰੋਲ ਕਰਨ ਵਾਸਤੇ, ਠੀਕ ਹੈ ਨਾ। ਸੋ ਇਹ ਤੁਹਾਡਾ ਇੰਪੋਰਟੈਂਟ ਸੀਗਾ। ਇਹ 'ਚ ਇੱਕ ਆਹ ਚੀਜ਼ ਜ਼ਰੂਰ ਕਰ ਲੈਣੀ ਬੇਟਾ, ਜਿਹਦੇ ਵਿੱਚ ਵੇਸੈਕਟੋਮੀ ਅਤੇ ਟਿਊਬੈਕਟੋਮੀ, ਇਹ ਤੁਹਾਨੂੰ ਮੈਂ ਦੱਸ ਦੇਣਾ, ਬਹੁਤ ਇੰਪੋਰਟੈਂਟ ਆ। ਵੇਸੈਕਟੋਮੀ ਜਿੱਦਾਂ ਬਰਥ ਨੂੰ ਕੰਟਰੋਲ ਕਰਨਾ ਹੋਵੇ ਨਾ, ਇਹ ਵੀ ਚੀਜ਼ਾਂ ਯੂਜ਼ ਹੁੰਦੀਆਂ। ਹੁਣ ਕਿੱਦਾਂ ਹੁੰਦੀਆਂ, ਜਿਹੜੇ ਆ ਦੇਖੋ ਆ ਦੱਸਿਆ, ਜੇਕਰ ਆਪਾਂ ਨੇ ਵੇਸੈਕਟੋਮੀ ਕਰਨਾ ਆ ਕਿ ਮਤਲਬ ਕਿ ਆ ਟੈਸਟਿਸ ਤੋਂ ਜਿਹੜਾ ਵਾਸ ਡੈਫਰੈਂਸ ਟਿਊਬ ਨਿਕਲਦੀ ਸੀ ਉਹਨੂੰ ਕੱਟ ਕਰ ਦਈਏ। ਜੇ ਇਹਨੂੰ ਕੱਟ ਕਰ ਦਿੱਤਾ, ਸਪਰਮਸ ਅੱਗੇ ਪ੍ਰੋਡਿਊਸ ਹੋ ਕੇ ਜਾਊਗਾ ਹੀ ਨਹੀਂ, ਠੀਕ ਹੈ ਨਾ। ਉੱਦਾਂ ਹੀ ਟਿਊਬੈਕਟੋਮੀ ਕੀ ਹੁੰਦੀ ਹੈ ਬੇਟਾ, ਟਿਊਬੈਕਟੋਮੀ ਉਹ ਹੁੰਦੀ ਆ, ਵੇਸੈਕਟੋਮੀ ਲੱਗੀ ਸਮਝ। ਟਿਊਬੈਕਟੋਮੀ ਉਹ ਆ, ਇਹ ਫੀਮੇਲ ਬੋਡੀ ਦੇ ਵਿੱਚ ਹੋ ਸਕਦੀ ਹੈ। ਜਿਹੜਾ ਓਵਰੀ ਐਗ ਹੁੰਦਾ, ਐਗ ਰਿਲੀਜ਼ ਹੋ ਕੇ, ਹੁਣ ਜੇ ਸਪਰਮ ਇੱਧਰ ਦੀ ਐਂਟਰ ਕਰੂਗਾ, ਹੁਣ ਸਪਰਮ ਨੇ ਇੱਥੇ ਪਹੁੰਚਣਾ ਓਵਰੀ ਕੋਲ, ਬਟ ਜੇ ਇੱਥੋਂ ਅਸੀਂ ਕੱਟ ਕਰ ਦਿੱਤਾ ਗਿਆ ਦੋਨੇ ਪਾਸੋਂ ਤੋਂ, ਤਾਂ ਸਪਰਮ ਪਹੁੰਚੂਗਾ ਹੀ ਨਹੀਂ, ਫਿਰ ਫਰਟੀਲਾਈਜੇਸ਼ਨ ਕੰਟਰੋਲ ਹੋ ਜੂਗੀ, ਠੀਕ ਹੈ ਨਾ। ਸੋ ਇਹ ਵੀ ਮੈਥਡਸ ਹੈਗੇ ਆ। ਸੋ ਆ ਕੁਝ ਡਿਜ਼ੀਜ਼ਿਜ਼ ਆ, ਇਹ ਡਿਜ਼ੀਜ਼ਿਜ਼ ਬਹੁਤ ਇੰਪੋਰਟੈਂਟ ਆ। ਇੱਕ ਡਿਜ਼ੀਜ਼ ਪੱਕਾ ਆਊਗੀ, ਗਾਇਨੋਰੀਆ ਕੌਣ ਕਾਜ਼ ਕਰਦਾ, ਨਾਈਜੀਰੀਆ ਗੋਨੋਰੀਆ, ਤੁਹਾਨੂੰ ਪਤਾ ਹੋਣਾ ਚਾਹੀਦਾ। ਇਨਕੂਬੇਸ਼ਨ ਪੀਰੀਅਡ, ਇਹਦੀ ਕੋਈ ਜੇ ਮੈਡੀਸਨ ਹੈਗੀ ਉਹ। ਸਿੰਫਿਲਿਸ, ਟ੍ਰਾਈਪੋਨੋਮਾ ਬੈਕਟੀਰੀਅਮ, ਪੈਲੀਡਮ, ਠੀਕ ਹੈ ਨਾ, ਇਹ ਹੁੰਦੀ ਆ। ਫਿਰ ਉਸ ਤੋਂ ਬਾਅਦ HPV, ਜੈਨਾਈਟਲ ਵਾਰਸ ਜਿਹੜੀ ਆ ਉਹ ਕੌਣ ਕਰਦਾ, ਹਿਊਮਨ ਪੈਪਿਲੋਮਾ ਵਾਇਰਸ ਕਰਦਾ ਹੈ। ਏਡਸ ਕੌਣ ਕਰਦਾ, ਏਡਸ ਦੀ ਫੁੱਲ ਫਾਰਮ ਪਤਾ ਹੋਣੀ ਚਾਹੀਦੀ ਤੁਹਾਨੂੰ, ਅਕਿਊਟ ਇਮਿਊਨੋਡੈਫੀਸ਼ੀਐਂਸੀ ਸਿੰਡਰੋਮ। ਕਾਜ਼ ਕੌਣ ਕਰਦਾ, HIV ਕਰਦਾ ਹੈ, ਠੀਕ ਹੈ ਨਾ। ਇਹ ਚਾਰੇ ਡਿਜ਼ੀਜ਼ ਇੰਪੋਰਟੈਂਟ ਆ ਬੇਟਾ, ਚਾਰੇ। ਅੰਡਰਸਟੂਡ। ਸੋ ਇਹ ਕੰਪਲੀਟ ਹੋਇਆ ਤੁਹਾਡਾ 3rd ਚੈਪਟਰ। ਸੋ ਪਲੀਜ਼ ਇਹਨੂੰ ਚੰਗੀ ਤਰ੍ਹਾਂ ਕਰੋ, ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਆ ਤੁਹਾਨੂੰ, ਠੀਕ ਹੈ ਨਾ। ਜੇ ਕੋਈ ਚੀਜ਼ ਰਹਿ ਗਈ ਤੁਸੀਂ ਥੋਰੋਲੀ ਕਰਨੀ ਆ, ਵੈਸੇ ਤਾਂ ਕੁਛ ਰਿਹਾ ਨਹੀਂ, ਸਾਰਾ ਕੁਝ ਕਵਰ ਹੋ ਗਿਆ। ਤੁਹਾਨੂੰ ਦੱਸ ਦਿੱਤਾ ਮੈਂਸਟਰੁਅਲ ਸਾਈਕਲ ਕਿੰਨੇ ਦਿਨ ਦਾ ਹੁੰਦਾ ਆ, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। 20 ਕਿੰਨੇ ਦਿਨਾਂ ਬਾਅਦ ਹੁੰਦਾ ਆ, 28 ਡੇਜ਼, ਆਫਟਰ 28 ਡੇਜ਼ ਹਰੇਕ ਮੰਥ। ਪਹਿਲੀ ਮੈਂਸਟਰੂਏਸ਼ਨ ਸਾਈਕਲ ਜਦੋਂ ਉਹਨੂੰ ਮੈਨਾਰਕ ਬੋਲਦੇ ਆ, ਲਾਸਟ ਜਿਹੜਾ ਹੁੰਦਾ ਹੈ ਉਹਨੂੰ ਮੈਨੋਪੌਜ਼ ਬੋਲਦੇ ਆ। ਆ ਦੇਖੋ ਸਟਾਪਸ ਹੋ ਜਾਂਦਾ ਮੈਂਸਟਰੂਅਲ ਸਾਈਕਲ 45 ਤੋਂ 51, ਉਹਨੂੰ ਮੈਨੋਪੌਜ਼ ਬੋਲਦੇ ਆ, ਠੀਕ ਹੈ। ਤੇ ਜਦੋਂ ਪ੍ਰੈਗਨੈਂਸੀ, ਇਹ ਵੀ ਤੁਹਾਨੂੰ ਪੁੱਛ ਸਕਦੇ ਆ ਕਿ ਪ੍ਰੈਗਨੈਂਸੀ ਟਾਈਮ ਮੈਂਸਟਰੂਅਲ ਸਾਈਕਲ ਹੁੰਦਾ ਆ, ਨੋ,
ਸੋ ਪ੍ਰੈਗਨੈਂਸੀ ਟਾਈਮ ਜਿਹੜਾ ਇਹ ਸਟਾਪ ਹੋ ਜਾਂਦਾ, ਇਹ ਇੰਪੋਰਟੈਂਟ ਕੁਐਸਚਨ ਆ। ਗੈਸਟੇਸ਼ਨ ਪੀਰੀਅਡ ਹੋ ਗਿਆ, ਪਾਰਚੂਰੇਸ਼ਨ ਹੋ ਗਿਆ, ਇਹ ਵੀ ਹੋ ਗਈ ਸਾਰਾ ਕੁਛ, ਠੀਕ ਹੈ ਨਾ। ਸੋ ਦਿਸ ਇਜ਼ ਅਬਾਊਟ ਯੂਅਰ ਚੈਪਟਰ, ਠੀਕ ਹੈ। ਸੋ ਬੇਟਾ ਪਲੀਜ਼ ਇਹਨੂੰ ਚੰਗੀ ਤਰ੍ਹਾਂ ਕਰੋ, ਨੋਟਸ ਨਾਲ ਨਾਲ ਪ੍ਰਿਪੇਅਰ ਕਰ ਲਿਓ ਇਹਦੇ 1 ਮਾਰਕਸ 'ਤੇ। ਸੋ ਥੈਂਕ ਯੂ, ਠੀਕ ਹੈ।